The show is sponsored by Ashoka Tandoori Range. Enjoy the Indian taste. न्यूज़ ओनली वेख रहे सारे ही ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। मैं ਸਤਵਿੰਦਰ ਰੰਧਾਵਾ ਪੰਜਾਬ ਓਨਲੀ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਸੁਨੀਲ ਜਾਖੜ ਦੇ ਬਿਆਨ ਤੇ ਆਮ ਆਦਮੀ ਪਾਰਟੀ ਦਾ ਜਵਾਬ। ਅਮਨ ਅਰੋੜਾ ਨੇ ਪੰਜਾਬ ਸਰਕਾਰ ਤੇ ਸਾਧਿਆ ਨਿਸ਼ਾਨਾ। 3.5 ਸਾਲ ਪਹਿਲਾਂ ਚੁੱਕੀ ਸਹੁੰ ਕਰਵਾਈ ਯਾਦ। ਸੁਖਦੇਵ ਸਿੰਘ ਢੀਂਡਸਾ ਨੇ ਸ਼ੁਰੂ ਕੀਤੀ ਸਿਆਸੀ ਹਲਚਲ ਤੇਜ਼। ਚੰਡੀਗੜ੍ਹ ਦੇ ਸੈਕਟਰ 40 ਚ ਕਈ ਅਕਾਲੀ ਆਗੂਆਂ ਨਾਲ ਕੀਤੀ ਮੀਟਿੰਗ। ਅੰਮ੍ਰਿਤਸਰ ਚ ਨੌਜਵਾਨਾਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਪਰਿਵਾਰ ਤੇ ਕੀਤਾ ਹਮਲਾ। ਮਾਮੂਲੀ ਤਕਰਾਰ ਤੇ ਚੱਲੇ ਇੱਟਾਂ ਰੋੜੇ। ਪੰਜਾਬ ਦੇ ਸਿਆਸੀ ਖੇਤਰ 'ਚ ਪਹੁੰਚਿਆ ਕਰੋਨਾ। ਪੰਚਾਇਤ ਮੰਤਰੀ ਦੀ ਕਰੋਨਾ ਰਿਪੋਰਟ ਆਈ ਪੋਜ਼ਿਟਿਵ। ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਦੇ ਕੀਤੇ ਗਏ ਕਰੋਨਾ ਦੇ ਟੈਸਟ। ਤੇ ਹੁਣ ਖਬਰਾਂ ਵਿਸਥਾਰ ਨਾਲ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਬਰਗਾੜੀ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਥ 'ਚੋਂ ਛੇਕੇ ਜਾਣ ਦੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਤੇ ਕਈ ਸਵਾਲ ਚੁੱਕੇ ਨੇ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਡੇਰੇ ਦਾ ਆਖਣਾ ਅਫੀਸ਼ੀਅਲ ਤੌਰ ਤੇ ਵੀ ਅਸੀਂ ਅਕਾਲੀਆਂ ਨੂੰ ਵੋਟਾਂ ਪਾਈਆਂ ਸੀਗੀਆਂ। ਇਹਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸਿੱਖ ਧਰਮ ਦੇ ਪੰਥ ਦੇ ਦੋਸ਼ੀ ਕਰਾਰ ਸਾਬਿਤ ਹੁੰਦੇ ਹੈ। ਅਕਾਲੀ ਦਲ ਦੇ ਪ੍ਰਧਾਨ ਸਿੱਖ ਧਰਮ ਦੇ ਪੰਥ ਦੇ ਦੋਸ਼ੀ ਕਰਾਰ ਸਾਬਿਤ ਹੁੰਦੇ ਹੈ। ਇਹਨਾਂ ਨੂੰ ਪੰਥ ਚੋਂ ਛੇਕਿਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਉਹ ਭਾਣਾ ਨਾ ਵਾਪਰਦਾ, ਇਹਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਜੀ ਦੇ ਉੱਪਰ ਹੀ ਬਣਦੀ ਹੈ। ਤੁਸੀਂ ਤੁਹਾਡੀ ਸਰਕਾਰ ਔਰ ਕੈਪਟਨ ਅਮਰਿੰਦਰ ਸਿੰਘ ਜੀ ਜੇ ਆਪਣੀ ਸਹੁੰ ਦੇ ਮੁਤਾਬਕ ਆਪਣਾ ਕੰਮ ਕਰੋ, ਗੱਲੀਆਂ ਫੋਕੀਆਂ ਬਿਆਨਬਾਜ਼ੀਆਂ ਨਾ ਦੇ ਕੇ ਜੋ ਰਾਜ ਧਰਮ ਹੈ ਔਰ ਜੋ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀਗੀ ਉਹਨੂੰ ਤੁਹਾਡੀ ਸਰਕਾਰ ਪੂਰਾ ਕਰੇ। ਪੰਜਾਬ ਦੀ ਸਿਆਸਤ ਬਰਗਾੜੀ ਮਾਮਲੇ ਨੂੰ ਲੈ ਕੇ ਫਿਰ ਪੱਕ ਚੁੱਕੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਹਰੇਕ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਵਿਰੋਧੀ ਧਿਰਾਂ ਵੱਲੋਂ ਘੇਰੀ ਜਾਂਦੀ ਹੈ। ਉੱਥੇ ਖੇਰੂ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਰਗਾੜੀ ਮਾਮਲੇ ਤੇ ਵਿਰੋਧੀ ਪਾਰਟੀਆਂ ਦੀਆਂ ਬਿਆਨਬਾਜ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਈ ਇਲਜ਼ਾਮ ਲਗਾਏ ਗਏ ਨੇ। ਉਹਨਾਂ ਕਿਹਾ ਹੈ ਕਿ ਸਿਰਸਾ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਾਲੇ ਮਾਮਲੇ ਵਿੱਚ ਮੁਆਫੀ ਤੇ ਆਪਸੀ ਸਮਝੌਤਾ ਕੀਤਾ ਗਿਆ ਸੀ ਕਿ ਤੁਸੀਂ ਸਾਨੂੰ ਵੋਟਾਂ ਦੇਵੋ, ਅਸੀਂ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਮੁਆਫੀ ਦਿਵਾਉਂਦੇ ਹਾਂ। ਤੇ ਹੁਣ ਆਮ ਆਦਮੀ ਪਾਰਟੀ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਲਿਆਉਂਦਾ ਹੈ। ਸੁਣਾਂਗੇ ਕੀ ਕਿਹਾ ਅਮਨ ਅਰੋੜਾ ਨੇ, ਪਰ ਪਹਿਲਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਉਹ ਬਿਆਨ ਵੀ ਸੁਣ ਲੈਂਦੇ ਹਾਂ ਜਿਸ ਦਾ ਜਵਾਬ ਅਮਨ ਅਰੋੜਾ ਵੱਲੋਂ ਦਿੱਤਾ ਗਿਆ। ਜਿੱਥੇ ਤਾਈਂ ਧਾਰਮਿਕ ਭਾਵਨਾਵਾਂ ਦਾ ਸਵਾਲ ਹੈ, ਮੇਰਾ ਮੰਨਣਾ ਹੈ ਡੇਰੇ ਦਾ ਆਖਣਾ ਅਫੀਸ਼ੀਅਲ ਤੌਰ ਤੇ ਵੀ ਅਸੀਂ ਅਕਾਲੀਆਂ ਨੂੰ ਵੋਟਾਂ ਪਾਈਆਂ ਸੀਗੀਆਂ। ਇਹਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸਿੱਖ ਧਰਮ ਦੇ ਪੰਥ ਦੇ ਦੋਸ਼ੀ ਕਰਾਰ ਸਾਬਿਤ ਹੁੰਦੇ ਹੈ। ਤੇ ਜਿਹੜੀ ਦਰਖਾਸਤ ਪਹਿਲਾਂ ਅਕਾਲ ਤਖਤ ਸਾਹਿਬ 'ਚ ਦਿੱਤੀ ਗਈ ਸੀ ਵੀ ਇਹਨਾਂ ਨੂੰ ਪੰਥ ਚੋਂ ਛੇਕਿਆ ਜਾਵੇ, ਮੈਂ ਸਮਝਦਾ ਇਹਦੇ ਬਾਅਦ ਕਿਸੇ ਸਬੂਤ ਦੀ ਲੋੜ ਨਹੀਂ ਰਹਿੰਦੀ, ਕਿਉਂਕਿ ਇਹਨਾਂ ਕੋਲ ਉਸ ਸਮੇਂ ਜਿਹੜੀ ਕਿਉਂ ਇਹਨਾਂ ਦਾ ਮਨ ਬਦਲਿਆ, ਜਿਹੜੇ ਕਹਿੰਦੇ ਪਹਿਲਾਂ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ ਹਾਂ, ਅੱਜ ਡੇਰਾ ਸਾਰਾ ਕੁਝ ਕਹਿ ਰਿਹਾ, ਪਰ 2017 ਦੇ ਅੰਦਰ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ। ਉਹਦਾ ਕੀ ਕਾਰਨ ਸੀਗਾ? ਇੱਕ ਪਾਸੇ ਇਲਜ਼ਾਮ ਲੱਗ ਰਹੇ ਸੀਗੇ ਵੀ ਸਾਡੇ ਜਿਹੜੇ ਅਨੁਯਾਈ ਹੈ, ਚਾਹੇ ਉਹ ਜਵਾਰ ਸਿੰਘ ਵਾਲਾ 'ਚ ਸੀਗਾ ਜਿਹਦਾ ਕਤਲ ਹੋਇਆ, ਕਹਿੰਦਾ ਉਹਨੂੰ ਮਾਰਨ ਵਾਲੇ ਅਕਾਲੀ ਸੀਗੇ, ਦੂਜੇ ਪਾਸੇ ਅਕਾਲੀਆਂ ਨੂੰ ਵੋਟਾਂ ਪਾ ਰਹੇ ਹੈ। ਬਿਲਕੁਲ ਇਹਦੇ ਨਾਲ ਕਲੀਅਰ ਹੋ ਜਾਂਦਾ ਹੈ। ਇਹਨਾਂ ਨੇ ਸੌਦੇਬਾਜ਼ੀ ਕੀਤੀ। ਉਹਨਾਂ ਨੇ ਕਿਹਾ ਸਾਡੇ ਕੋਲ ਮਾਫੀਨਾਮਾ ਅਸੀਂ ਤੁਹਾਨੂੰ ਦੇ ਸਕਦੇ ਹਾਂ। ਫਿਲਮ ਰਿਲੀਜ਼ ਹੋਣੀ ਸੀਗੀ MSG 2 ਤੇ ਉਹਦੇ ਇਲਾਵਾ ਜਿਹੜਾ ਪੁਲਿਸ ਦਾ ਤੰਤਰ ਸੀਗਾ ਉਹ ਕ੍ਰਿਮੀਨਲ ਐਸਪੈਕਟ ਹੈ, ਉਹਦੇ ਤੇ SIT ਚੱਲ ਰਹੀ ਹੈ। ਪਰ ਐਜ਼ ਫਾਰ ਐਜ਼ ਅਕਾਲ ਤਖਤ ਸਾਹਿਬ ਨੇ ਜਿਹੜਾ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀਗਾ ਡੇਰੇ ਮੁਖੀ ਨੂੰ, ਉਸ ਤੋਂ ਮਾਫੀ ਦਿਵਾਉਣਾ, ਫਿਲਮ ਰਿਲੀਜ਼ ਕਰਵਾਉਣਾ ਤੇ ਉਹਦੇ ਨਾਲ ਸਾਂਠ ਗਾਂਠ ਕਰਨਾ, ਆਹ ਬਿਲਕੁਲ ਕਲੀਅਰ ਹੋ ਜਾਂਦੀ ਹੈ
ਇਹ ਪੰਥ ਦੇ ਦੋਸ਼ੀ ਦੇ ਤੌਰ ਤੇ ਮੈਂ ਸਮਝਦਾ ਅਕਾਲੀ ਦਲ ਦੀ ਲੀਡਰਸ਼ਿਪ ਇਹਦੇ ਬਾਅਦ ਬੇਨਕਾਬ ਹੋ ਗਈ, ਉਹਨਾਂ ਦਾ ਅਸਲ ਚਿਹਰਾ ਸਾਹਮਣੇ ਆ ਗਿਆ। ਇਹਦੇ ਬਾਅਦ ਕੋਈ ਕਿੰਤੂ ਪਰੰਤੂ ਨਹੀਂ ਰਹੇ। ਅਮਨ ਅਰੋੜਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਜਾਖੜ ਸਾਹਿਬ ਪਹਿਲਾਂ ਆਪਣੀ ਪਾਰਟੀ ਦੀ ਕਾਰਗੁਜ਼ਾਰੀ ਵੱਲ ਧਿਆਨ ਦੇਵੋ। ਜੇਕਰ ਪੰਜਾਬ ਸਰਕਾਰ ਆਪਣੀ ਖਾਦੀਆਂ ਸੌਹਾਂ ਤੇ ਖਰੀ ਉਤਰਦੀ ਤਾਂ ਅੱਜ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੋਣੀ ਸੀ। ਆਓ ਸੁਣਦੇ ਹਾਂ ਹੋਰ ਕੀ ਕੁਝ ਕਿਹਾ ਅਮਨ ਅਰੋੜਾ ਨੇ। ਦੇਖੋ, ਕੱਲ ਜਿਸ ਤਰੀਕੇ ਦੇ ਨਾਲ ਸ਼੍ਰੀ ਸੁਨੀਲ ਜਾਖੜ ਜੀ ਨੇ ਪੰਥ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ ਚਾਹੀਦਾ ਹੈ, ਮੈਂ ਜਾਖੜ ਸਾਹਿਬ ਨੂੰ ਬੇਨਤੀ ਕਰਨੀ ਚਾਹੂੰਗਾ ਕਿ ਅਪੀਲਾਂ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ। ਤੁਸੀਂ ਤੇ ਤੁਹਾਡੀ ਸਰਕਾਰ ਔਰ ਕੈਪਟਨ ਅਮਰਿੰਦਰ ਸਿੰਘ ਜੀ ਆਪਣਾ ਜਿਹੜਾ ਵਾਅਦਾ ਕੀਤਾ ਸੀਗਾ ਉਹਨੂੰ ਪੂਰਾ ਕਰੋ। 3.5 ਸਾਲ ਪਹਿਲਾਂ ਤੁਸੀਂ ਗੁਟਕਾ ਸਾਹਿਬ ਦੀ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀਗੀ ਕਿ ਜਿਹੜੇ ਬਾਈਬਲ ਕਲੱਬ ਬਰਗਾੜੀ ਦੇ ਦੋਸ਼ੀ ਨੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ 1 ਮਹੀਨੇ ਦੇ ਅੰਦਰ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਯਾਦ ਰਹੇ ਕਿ ਉਸ ਸਮੇਂ ਜਦੋਂ ਬਾਈਬਲ ਕਲੱਬ ਬਰਗਾੜੀ ਦਾ ਕਾਂਡ ਹੋਇਆ ਉਦੋਂ ਸੁਖਬੀਰ ਸਿੰਘ ਜੀ ਬਾਦਲ ਡਿਪਟੀ ਸੀਐਮ ਵੀ ਸੀਗੇ ਔਰ ਹੋਮ ਮਿਨਿਸਟਰੀ ਸੀਗੇ, ਪੁਲਿਸ ਇਹਨਾਂ ਕੋਲੇ ਸੀਗੀ। ਸੋ ਪ੍ਰਾਇਮਰੀਲੀ ਤੌਰ ਦੇ ਉੱਪਰ ਜ਼ਿੰਮੇਵਾਰੀ ਜਿਹੜੀ ਸਾਰੀ ਉਹ ਭਾਣਾ ਨਾ ਵਾਪਰਦਾ ਇਹਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਜੀ ਦੇ ਉੱਪਰ ਹੀ ਬਣਦੀ ਹੈ। ਸੋ ਇਸ ਕਰਕੇ ਕਿਸੇ ਨੂੰ ਅਪੀਲਾਂ ਕਰਨ ਦੀ ਬਜਾਏ ਤੁਸੀਂ, ਤੁਹਾਡੀ ਸਰਕਾਰ ਔਰ ਕੈਪਟਨ ਅਮਰਿੰਦਰ ਸਿੰਘ ਜੀ ਜੇ ਆਪਣੀ ਸਹੁੰ ਦੇ ਮੁਤਾਬਕ ਆਪਣਾ ਕੰਮ ਕਰੋ ਤੇ ਇਹ ਇਨਵੈਸਟੀਗੇਸ਼ਨਾਂ ਜਿਹੜੀਆਂ ਕਿ ਬਹੁਤ ਲੰਮੇ ਸਮੇਂ ਤੋਂ ਉਲਝੀਆਂ ਪਈਆਂ ਨੇ ਉਹਨਾਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਤੁਸੀਂ ਕਿਸੇ ਤਣ ਪੱਤਣ ਲਾ ਦਿਓ ਤੇ ਉਸ ਸਮੇਂ ਦੇ ਹੁਕਮਰਾਨ ਨੇ ਜਿਹੜੇ ਜੇ ਉਹਦੇ ਵਿੱਚ ਦੋਸ਼ੀ ਸਿੱਧ ਹੋ ਜਾਂਦੇ ਨੇ ਤੇ ਉਹਨਾਂ ਨੂੰ ਸਜ਼ਾਵਾਂ ਦੇ ਦਿੰਦੇ ਹੋ ਤੇ ਆਪਣੇ ਆਪ ਪੰਥ ਦੇ ਜਿਹੜੇ ਸਿਰਮੌਰ ਲੀਡਰ ਨੇ ਉਹਨਾਂ ਨੇ ਆਪਣੇ ਆਪ ਅਕਾਲੀ ਦਲ ਦੇ ਲੀਡਰਾਂ ਨੂੰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦੇਣਾ। ਸੋ ਇਸ ਕਰਕੇ ਕੱਲੀਆਂ ਫੋਕੀਆਂ ਬਿਆਨਬਾਜ਼ੀਆਂ ਨਾ ਦੇ ਕੇ ਜੋ ਰਾਜ ਧਰਮ ਹੈ ਔਰ ਜੋ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀਗੀ ਉਹਨੂੰ ਤੁਹਾਡੀ ਸਰਕਾਰ ਪੂਰਾ ਕਰੇ। ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੈ ਜਿਹੜਾ ਉਹ ਸਾਹਮਣੇ ਆਵੇ, ਲੋਕਾਂ ਦੇ ਅੱਲੇ ਜ਼ਖਮ ਨੇ ਜਿਹੜੇ ਉਹ ਭਰੇ ਜਾਣ ਤੇ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਸਜ਼ਾਵਾਂ ਮਿਲ ਜਾਣ। ਮੈਂ ਸਮਝਦਾ ਕਿ ਇਹੀ ਅੱਜ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ। ਜ਼ਿਕਰ ਖਾਸ ਹੈ ਕਿ ਅੱਜ ਤੋਂ 3.5 ਸਾਲ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਚੁੱਕੀ ਗਈ ਸੀ ਕਿ ਪੰਜਾਬ 'ਚੋਂ ਨਸ਼ਾ ਜੜ ਤੋਂ ਖਤਮ ਕਰ ਦਿੱਤਾ ਜਾਵੇਗਾ। ਪਰ ਪੰਜਾਬ 'ਚ ਆਏ ਦਿਨ ਨਸ਼ਿਆਂ ਕਾਰਨ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਕੈਪਟਨ ਦੀ ਇਹਨਾਂ ਸਹੁੰਆਂ ਨੂੰ ਝੂਠਾ ਸਾਬਤ ਕਰ ਰਹੇ ਨੇ। ਬਿਊਰੋ ਰਿਪੋਰਟ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਵੇਂ 1.5 ਸਾਲ ਦਾ ਸਮਾਂ ਪਿਆ ਪਰ ਸਿਆਸੀ ਖੇਤਰ ਵਿੱਚ ਹੁਣ ਤੋਂ ਹੀ ਉਤਾਰ ਚੜ੍ਹਾਅ ਹੋਣ ਲੱਗੇ ਨੇ, ਜਿਸ ਦੇ ਬਾਅਦ ਕਈ ਨਵੇਂ ਲੋਕ ਪੁਰਾਣੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਨੇ ਤੇ ਕਈ ਪੁਰਾਣੇ ਲੀਡਰ ਨਵੀਆਂ ਪਾਰਟੀਆਂ ਬਣਾ ਰਹੇ ਨੇ। ਅਜਿਹਾ ਹੀ ਕੁਝ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਵੀ ਹੋ ਰਿਹਾ ਹੈ, ਜਿਸ ਦੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਗਈ ਪਾਰਟੀ ਨੇ ਸਿਆਸੀ ਹਲਚਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਮੈਨੇਜਰ ਦੀ ਢੀਂਡਸਾ ਨੇ ਅੱਜ ਚੰਡੀਗੜ੍ਹ ਦੇ ਸੈਕਟਰ 40 ਵਿੱਚ ਸਾਬਕਾ ਐਸਜੀਪੀਸੀ ਮੈਂਬਰ ਅਮਰਿੰਦਰ ਸਿੰਘ ਅਤੇ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ। ਉਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਰੋਧੀ ਗਤੀਵਿਧੀਆਂ ਕਾਰਨ ਪੰਥ ਵਿੱਚੋਂ ਛੇਕਣਾ ਚਾਹੀਦਾ। ਉਹਨਾਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਸਾਡੇ ਭਰਾ ਹਨ ਅਤੇ ਉਹਨਾਂ ਨੂੰ ਅਸੀਂ ਜਲਦੀ ਹੀ ਮਨਾ ਲਵਾਂਗੇ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਲਈ ਸਰਦਾਰ ਅਮਰਿੰਦਰ ਸਿੰਘ ਤੇ ਸਰਦਾਰ ਮਨਪ੍ਰੀਤ ਸਿੰਘ ਉਹਨਾਂ ਦੇ ਸਾਥੀ ਸਾਰੇ ਜੁਆਇਨ ਕੀਤੇ ਨੇ ਔਰ ਉਹਨਾਂ ਨੇ ਜੁਆਇਨ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਧੰਨਵਾਦ, ਬੀਬੀ ਗੁਰਸ਼ਨ ਜੀ ਆਏ ਨੇ, ਆਪਣਾ ਸੇਖਵਾਂ ਸਾਹਿਬ ਵੀ ਆਏ ਨੇ, ਹੋਰ ਵੀ ਸੱਜਣ ਆਏ। ਅਸੀਂ ਉਹਨਾਂ ਨੂੰ ਜੀ ਆਇਆਂ ਕਿ ਧੰਨਵਾਦ ਕੀਤਾ ਕਿ ਉਹਨਾਂ ਨੇ ਸਾਡੀ ਟੀਮ ਵਿੱਚ ਆ ਕੇ ਸਾਨੂੰ ਬੜੀ ਤਾਕਤ ਦਿੱਤੀ ਹੈ ਔਰ ਸਾਡੀ ਟੀਮ ਹੋਰ ਤਕੜੀ ਹੋਈ ਹੈ ਔਰ ਉਹਨਾਂ ਨੂੰ ਕਿਹਾ ਕਿ ਚੰਡੀਗੜ੍ਹ ਵਿੱਚ ਤੁਸੀਂ ਆਪਣਾ ਪਰਚਮ ਚਲਾਓ ਸ਼੍ਰੋਮਣੀ ਅਕਾਲੀ ਦਲ ਦਾ ਔਰ ਜੋ ਵੀ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਉਹਨਾਂ ਦਾ ਵੀ ਆਪਾਂ ਇਲੈਕਸ਼ਨ ਲੜ ਕੇ ਲਵਾਂਗੇ ਤੇ ਬਾਕੀ ਪੋਲੀਟੀਕਲ ਵੀ ਲੜਾਂਗੇ ਤੇ ਸਾਰਾ ਕੁਝ ਕਰਕੇ ਉਹਦੇ ਲਈ ਉਹਨਾਂ ਨੇ ਸਾਡੇ ਨਾਲ ਨਹੀਂ, ਮੈਨੂੰ ਨਹੀਂ ਪਤਾ ਉਹਨੇ ਇਕੱਲੇ ਦਿੱਤੀ ਹੋ, ਪਾਰਟੀ ਤੋਂ ਥੋੜਾ ਪੁੱਛ ਕੇ ਦਿੱਤੀ ਹੈ ਨਾ ਪਾਰਟੀ ਨੂੰ ਪਤਾ ਹੈ ਨਾ ਪਾਰਟੀ ਨੂੰ ਦੱਸਿਆ ਉਹਨਾਂ ਨੇ। ਦੇਖੋ ਮਾਫੀ ਸਭ ਨੂੰ ਪਤਾ ਹੈ ਵੀ ਕਿਸੇ ਨੂੰ ਪਤਾ ਨਹੀਂ ਸੀ, ਨਾ ਸਾਨੂੰ ਪਤਾ ਸੀ ਨਾ ਕਿਸੇ ਨੂੰ ਹੋਰ ਪਤਾ ਸੀ ਔਰ ਜਦੋਂ ਪ੍ਰੈਸ਼ਰ ਪਿਆ ਉਹਨਾਂ ਨੇ ਵਾਪਸ ਵੀ ਤਾਂ ਹੀ ਲੈਣੀ ਪਈ ਔਰ ਜਥੇਦਾਰ ਸਾਹਿਬਾਨ ਦੀ ਆਪ ਆਈ ਸੀ ਕਿ ਸਾਨੂੰ ਘਰੇ ਬੁਲਾ ਕੇ ਡਿਪਟੀ ਸੀਐਮ ਨੇ ਤੇ ਉੱਥੇ ਬਾਦਲ ਸਾਹਿਬ ਵੀ ਮੌਜੂਦ ਸੀ, ਸਾਨੂੰ ਕਿਹਾ ਵੀ ਉਹਨਾਂ ਨੂੰ ਮਾਫੀ ਦਿਓ। ਡੇਰੇ ਨੇ ਕਈ ਜਗ੍ਹਾ ਤੇ ਕੀਤੀ ਹੈ, ਕਈ ਜਗ੍ਹਾ ਨਹੀਂ ਕੀਤੀ। ਮੇਰੇ ਕੋਲ ਕੋਈ ਜਾਣਕਾਰੀ ਨਹੀਂ, ਸਾਡੀ ਆ ਤੁਹਾਡੇ ਪ੍ਰੈਸ ਨੂੰ ਪਤਾ ਲੱਗਿਆ। ਬਿਲਕੁਲ ਕਹਿੰਦੇ ਆ ਜੇ ਅਗਲੋ ਇਹ ਸਾਬਤ ਖਾਂਦਾ ਤਾਂ ਉਹਨਾਂ ਨੂੰ ਉਹ ਤੇ ਐਕਸ਼ਨ ਵੀ ਲੈਣਾ ਚਾਹੀਦਾ, ਉਹਨੂੰ ਠੇਕਣਾ ਵੀ ਚਾਹੀਦਾ। ਕਹਿੰਦਾ ਅਸੀਂ ਪਹਿਲਾਂ ਹਜੇ ਪਾਰਟੀ ਬਣੀ ਆ, ਮੀਟਿੰਗ ਬੁਲਾਈ ਆ ਅਸੀਂ ਪਰਸੋਂ ਨੂੰ ਮੀਟਿੰਗ ਬੁਲਾ ਕੇ ਫੈਸਲੇ ਕਰਾਂਗੇ, ਅਸੀਂ ਕਮੇਟੀਆਂ ਬਣਾਵਾਂਗੇ। ਪਹਿਲੇ ਦਿਨ ਏਜੰਡੇ ਨਹੀਂ ਹੁੰਦੇ, ਏਜੰਡੇ ਅਸੀਂ 15-16 ਪ੍ਰੋਗਰਾਮ ਪੁਆਇੰਟ ਦੇ ਦਿੱਤੇ ਨੇ
ਉਹਨਾਂ ਪ੍ਰੋਗਰਾਮਾਂ ਤੇ ਕਿਵੇਂ ਕਰੂ, ਕਮੇਟੀਆਂ ਬਣਨਗੀਆਂ, ਕਮੇਟੀਆਂ ਫੈਸਲਾ ਕਰਨਗੀਆਂ। ਕੋਈ ਨਹੀਂ, ਅਸੀਂ ਸਾਡੇ ਭਰਾ ਨੇ, ਅਸੀਂ ਕੋਸ਼ਿਸ਼ ਕਰਾਂਗੇ ਬਈ ਉਹਨਾਂ ਨੂੰ ਮਨਾਵਾਂਗੇ ਵੀ, ਕੋਸ਼ਿਸ਼ ਵੀ ਕਰਾਂਗੇ। ਅਸੀਂ ਸਾਡਾ ਕੋਈ ਗੱਲਬਾਤ ਹੋ ਰਹੀ ਹੈ ਕਿ ਨਹੀਂ ਹੋ ਰਹੀ ਇਸ ਚੀਜ਼ ਨੂੰ ਲੈ ਕੇ? ਮੈਂ ਗੱਲ ਕਰਾਂਗੇ ਜੀ, ਅਸੀਂ ਤੁਸੀਂ ਬੇਫਿਕਰ ਰਹੋ। ਅੱਜ ਕੌਣ ਪਾਰਟੀ ਦਾ ਇੱਕ ਸਰਦਾਰ ਅਮਰਿੰਦਰ ਸਿੰਘ ਹੁਣੀ ਜਿਹੜੇ ਸਾਬਕਾ ਮੈਂਬਰ ਨੇ ਐਸਜੀਪੀਸੀ ਦੇ, ਔਰ ਮਨਪ੍ਰੀਤ ਸਿੰਘ ਜੋ ਮੀਤ ਪ੍ਰਧਾਨ ਸੀ ਇਹਦੇ ਸ਼੍ਰੋਮਣੀ ਅਕਾਲੀ ਦਲ ਦੇ, ਔਰ ਉਹਨਾਂ ਦੇ ਬਾਕੀ ਸਾਥੀ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਗੁਰਸਿੱਖ ਬੱਚੇ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਇਹ ਗੁਰਸਿੱਖ ਬੱਚਾ ਕਿਸੇ ਗੁਰਦੁਆਰੇ ਦੇ ਬਾਹਰ ਐਨਕ ਵੇਚ ਰਿਹਾ ਸੀ। ਸਾਡੀ ਟੀਮ ਨੇ ਇਸ ਗੁਰਸਿੱਖ ਬੱਚੇ ਨੂੰ ਭਾਲ ਕੇ ਉਸ ਨਾਲ ਗੱਲਬਾਤ ਕੀਤੀ ਤੇ ਇਹ ਸਾਰਾ ਮਾਮਲਾ ਵੀ ਜਾਣਿਆ ਤੇ ਉਸ ਦੇ ਪਰਿਵਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਬੱਚੇ ਨੇ ਦੱਸਿਆ ਕਿ ਉਹ ਤੇ ਉਸ ਦਾ ਪਿਤਾ ਐਨਕ ਵੇਚ ਕੇ ਗੁਜ਼ਾਰਾ ਕਰਦਾ ਹੈ ਤੇ ਉਸ ਦੀ ਮਾਤਾ ਦੀ ਪਿਛਲੇ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਬੱਚਾ ਕਿੰਨੇ ਇਮਾਨਦਾਰ ਤਰੀਕੇ ਨਾਲ ਐਨਕਾਂ ਵੇਚ ਕੇ ਪੈਸੇ ਲੈ ਰਿਹਾ ਹੈ। ਇਸ ਗੁਰਸਿੱਖ ਬੱਚੇ ਦੀ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਇੱਕ ਕਾਰ ਸਵਾਰ ਨੇ ਇਸ ਗੁਰਸਿੱਖ ਬੱਚੇ ਦੇ ਐਨਕ ਲੈਣ ਵਾਸਤੇ ਕਿਹਾ ਤੇ ਉਸ ਕਾਰ ਸਵਾਰ ਨੇ ਐਨਕ ਲੈਣ ਦੀ ਬਜਾਏ ਉਸ ਨੂੰ 100 ਰੁਪਏ ਦੇਣ ਲੱਗਿਆ ਤਾਂ ਇਸ ਗੁਰਸਿੱਖ ਬੱਚੇ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੈਨੂੰ ਇਸ ਤਰ੍ਹਾਂ ਪੈਸੇ ਨਹੀਂ ਚਾਹੀਦੇ। ਲਾਰਾ ਲਾ ਕੇ ਲੈ ਵੀ ਜਾ ਸਕਦਾ ਤੈਨੂੰ ਇਸ ਤਰ੍ਹਾਂ ਹੁੰਦੇ ਅੰਕਲ ਜੀ। ਕਿੰਨੇ ਦੀ ਐਨਕ ਹੋਏ? NPR ਤੇ 50 ਦੀ ਆ ਇਹ ਵੇਖੋ ਤੇ ਤੂੰ ਉਹਦਾ ਪੈਸੇ ਲੈ ਲੈਣ ਕਰਾਂ ਦਿੰਦੇ ਆ। ਉਂਝ ਨਹੀਂ ਲੈਣੇ? ਕਿਉਂ ਨਹੀਂ ਲੈਣੇ? ਅੰਜ ਨਹੀਂ ਮੈਂ ਲੈਂਦਾ। ਕੀ ਗੱਲ? ਹਾਂਜੀ ਮੇਰੇ ਪਾਪਾ ਨੂੰ ਵੀ ਪੁੱਛ ਲਾ, ਮੈਂ ਅੰਜ ਨਹੀਂ ਲੈਂਦਾ। ਲੈ ਲੈ ਯਾਰ। ਆ ਫੜਨ ਦਿੰਦੀ। ਆ 3 ਕਲਰ ਹੈਗੇ, ਆ ਵੀ ਨੀਲੀ ਹੈਗੀ, ਆ ਸੈਂਟਰ ਕਲਰ ਹੈਗੇ। ਕਿੱਥੋਂ ਦਾ ਤੂੰ? ਪਤਾ ਨਹੀਂ ਕਿੱਥੋਂ ਦਾ? ਭਗਤਾਣੇ ਦਾ। ਤੇ ਕਿੰਨੀਆਂ 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 ਵਿਕ ਜਾਂਦੀਆਂ? ਕਿੰਨੀਆਂ ਵਿਕ ਜਾਂਦੀਆਂ ਰੋਜ਼? ਹਾਂਜੀ ਕਿੰਨੀਆਂ ਵਿਕ ਜਾਂਦੀਆਂ ਰੋਜ਼? ਅੰਕਲ ਜੀ ਜੋ ਵੇਖ ਗਿਆ ਕੱਲ ਤੇ ਮੈਂ ਸਿਰਫ ਸਾਰੀ ਦਿਹਾੜੀ 100 ਰੁਪਿਆ ਕਮਾ ਕੇ ਗਿਆ ਜੀ। ਤੇ ਘਰ ਦੇ ਤੇਰੇ? ਪਾਪਾ ਵੀ ਨਾਲ ਕਰਦੇ ਕੰਮ। ਘਰ ਮੰਮੀ ਡੈਡੀ ਮੰਮੀ ਨਹੀਂ ਹੈਗੇ। ਹੈ ਨਹੀਂ ਆ? ਡੈਡੀ ਡੈਡੀ ਹੈਗੇ। ਮੰਮੀ ਕਦੋਂ ਦੀ ਮਰੀ ਆ? ਹੋ ਗਿਆ 5 ਸਾਲ। ਤੂੰ ਨਿਕਾ ਜਾ ਹੁਣ ਐਡਾ ਐਡਾ ਕਰ। ਫੋਟੋ ਹੈਗੀ ਮੰਮੀ ਦੀ? ਹਾਂ ਯਾਦ ਆਉਂਦੀ ਆ? ਮੈਂ ਨਹੀਂ ਕਰਦਾ ਕੀ ਗੱਲ? ਇਹ ਜਲਦੀ ਕਰ ਮੁੜ ਕੇ ਹੋਰ ਵੀ ਆ ਕਾਗ ਲਾਣੇ ਨਾ ਮੈਂ। ਅੱਛਾ ਅੱਛਾ ਚੱਲ ਐਨਕਾ ਬਸ ਵਿੱਚ ਚੱਲ ਜਿਹੜੀ ਮਰਜ਼ੀ ਦੇ ਦੇ। ਲੈ ਲੈ ਯਾਰ ਜਿਹੜੀ ਮਰਜ਼ੀ। ਤੈਨੂੰ ਕਿਹੜੇ ਰੰਗ ਚੰਗਾ ਲੱਗਦਾ? ਤੁਸੀਂ ਲੈ ਲਓ ਜਿਹੜੇ ਮਰਜ਼ੀ ਕਲਰ ਦਾ। ਚੱਲ ਆ ਦੇ ਦੇ। ਕਿਹੜੀ ਆ ਫੜ ਲਾ। ਹੈ ਆ ਲਾ ਇੱਕ ਲੈ ਲਈ ਮੈਂ। ਕਿਹੜੀ ਕਲਾਸ ਚ? ਕਿੰਨੀ ਹੱਕ ਦੀ ਕਮਾਈ ਕਰਨ ਡਿਆ ਨਹੀਂ ਤੇ ਸਾਡੇ ਵਰਗੇ ਹੁਣ ਇਹਨਾਂ ਨੂੰ ਲਿਆਓ ਫੜਾਓ। ਅੱਜ ਮੈਂ ਕੀ ਕਮਾ ਲਾਂਗੇ ਤੇ ਘਰ ਕੀ ਕਰ ਲਾਂਗੇ। ਭਾਈ ਆ ਵੇਖੋ ਇਧਰਲੇ ਪਾਸੇ ਲੰਗਰ ਰਾਸ਼ਨ ਲੰਗਰ ਹਾਲਾ ਨਹੀਂ ਬਹੁਤ ਵੱਡੀ ਸੇਵਾ ਤੇਰੀ। ਹਾਂਜੀ ਹਾਂਜੀ ਆ ਵੇਖੋ ਗੱਡੀ 'ਚ ਬੈਠੇ ਆ। ਬੜੀ ਇਮਾਨਦਾਰੀ ਤਗੜੀ ਤੇਰੇ ਚ। ਮੇਰਾ ਨਾਮ ਮਨਜੋਤ ਸਿੰਘ ਹੈ ਜੀ। ਮਨਜੋਤ ਸਿੰਘ ਦੀ ਬੱਚੇ ਦਾ ਕੀ ਨਾਮ ਹੈ, ਕਿੰਨੀ ਉਮਰ ਆ? ਇਹ ਇਹਦਾ ਬੇਟੇ ਦਾ ਗੁਰਕੀਰਤ ਸਿੰਘ 11 ਸਾਲ ਦੀ ਉਮਰ ਹੈ ਜੀ। ਤੇ ਕੀ ਲੱਗਦਾ ਵੀ ਇਹ ਤੁਸੀਂ ਦੋਵੇਂ ਮਿਹਨਤ ਕਰ ਰਹੇ ਹੋ ਤੇ ਕੀ ਕੰਮ ਕਰਕੇ ਤੁਸੀਂ ਜਿਹੜੀ ਆਪਣਾ ਪੇਟ ਪਾਲ ਰਹੇ ਹੋ? ਇਹ ਅਸੀਂ ਐਕਸਟਰਾ ਮੈਨਕਾ ਦੇ ਮਾਸਕ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਸੀ। ਤੋ ਕਿਸ ਤਰ੍ਹਾਂ ਇਹ ਬੱਚੇ ਬਾਰੇ ਲੱਗਾ ਪਤਾ? ਪੜਦਾ ਵੀ ਹੈ ਬੱਚਾ ਕਿ ਨਹੀਂ ਹੈ? ਹਾਂਜੀ ਬੱਚਾ ਪੜ੍ਹਦਾ ਜੀ ਐਸਏ ਮਾਡਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿੱਚ। ਪਰਿਵਾਰ ਚ ਕੌਣ ਕੌਣ ਹੈ? ਪਰਿਵਾਰ 'ਚ ਕੋਈ ਨਹੀਂ, ਬਸ ਅਸੀਂ ਦੋਵੇਂ ਹੈਗੇ ਜੀ, ਮੈਂ ਤੇ ਮੇਰਾ ਬੇਟਾ। ਇਹਦੀ ਮੰਮੀ ਹੈ ਨਹੀਂ ਜੀ। ਤੇ ਇਹ ਦੱਸੋ ਵੀ ਜਿਵੇਂ ਰਹਿਣ ਵਾਸਤੇ ਕੋਈ ਮਕਾਨ ਦੀ ਛੱਤ ਹੈਗੀ ਹੈ ਕਿਸ ਤਰ੍ਹਾਂ? ਨਹੀਂ ਛੱਤ ਵਗੈਰਾ ਕੋਈ ਨਹੀਂ, ਅਸੀਂ ਭਗਤਾਂ ਦੇ ਸਟੇਸ਼ਨ ਤੇ ਗੁਜ਼ਾਰਾ ਕਰ ਰਹੇ। ਰਾਤ ਉੱਥੇ ਸਟੇਸ਼ਨ ਮਾਸਟਰ ਸਾਹਿਬ ਹੈਗੇ ਨੇ ਤੇ ਉਹਨਾਂ ਦੀ ਮਿਹਰਬਾਨੀ ਕਰਕੇ ਜੋ ਰਾਤ ਉੱਥੇ ਗੁਜ਼ਾਰ ਲਈਦੀ ਹੈ। ਤੇ ਅੱਜ ਜਿਵੇਂ ਸਿੱਖ ਸੰਗਤਾਂ ਤੁਹਾਡੀਆਂ ਸੇਵਾ ਕਰਨ ਆਈਆਂ, ਕੀ ਕਹਿਣਾ ਚਾਹੋਗੇ? ਇਹ ਅੱਜ ਤੋਂ ਪਰਸੋਂ ਦੇ ਭਾਈ ਸਾਹਿਬ ਨਹੀਂ ਆਏ ਸੀ ਤੇ ਇਹਨਾਂ ਨੇ ਬੱਚਾ ਕਿਤੇ ਐਨਕ ਵੇਚ ਰਿਹਾ ਸੀ ਤੇ ਉਸ ਤੋਂ ਇਹਨਾਂ ਨੇ ਫਿਰ ਵੇਖ ਕੇ ਕੋਈ ਗੱਲਬਾਤ ਹੋਈ ਇਹਨਾਂ ਦੀ ਆਪਸ ਦੇ ਵਿੱਚ ਐਨਕ ਤੋਂ। ਇਹਨਾਂ ਨੇ ਕਾਫੀ ਮਦਦ ਕੀਤੀ ਹੈ। ਸਾਡੇ ਹੋਰ ਵੀ ਸੱਜਣ NRI ਜਿਹੜੇ ਉਹਨਾਂ ਨੇ ਬਹੁਤ ਹੈਲਪ ਕੀਤੀ ਹੈ ਬੱਚੇ ਬਾਰੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੈਗੇ ਜੀ। ਬਾਕੀ ਇਹ ਸਾਡੇ ਵੀਰਾਂ ਦਾ ਬਹੁਤ ਬਹੁਤ ਸਹਿਯੋਗ ਹੈਗਾ ਜਿਨ੍ਹਾਂ ਨੇ ਇਸ ਬੱਚੇ ਦੀ ਬਾਂਹ ਫੜੀ ਹੈ। ਮੈਂ ਬਹੁਤ ਬਹੁਤ ਧੰਨਵਾਦੀ ਰਹਾਂਗਾ ਇਹਨਾਂ ਦਾ। ਸੋ ਵੀਰ ਜੀ ਸਾਡੀ ਸੁਸਾਇਟੀ ਆ ਭਾਈ ਕਨਈਆ ਨੌਜਵਾਨ ਸਭਾ ਪਿੰਡ ਲੋਵਾਲ। ਤੇ ਅੱਜ ਜਿਹੜੀ ਬੱਚੇ ਦੀ ਜਿਹੜੀ ਵੀਡੀਓ ਪਾਈ ਹੈ ਕੀ ਦੱਸੋ ਕੀ ਹੈਗਾ ਇਹ ਬੱਚਾ ਅਸੀਂ ਇੱਥੇ ਆਏ ਹਾਂ ਜੀ ਪਰਸੋਂ ਗੱਬਾ ਸਾਹਿਬ ਗੁਰਦੁਆਰਾ ਸਾਹਿਬ ਤੇ ਇਹ ਸਾਨੂੰ ਜਾਂਦਿਆਂ ਮਿਲਿਆ। ਐਨਕ ਵੇਚ ਰਿਹਾ ਸੀ ਤੇ ਐਨਕ ਤੇ ਅਸੀਂ ਨਹੀਂ ਲਈ ਇਹਦੇ ਕੋਲ ਵੀ ਚੱਲ ਕੋਈ ਨਹੀਂ, ਤੇ ਪਰ ਇਹਨੂੰ ਕਿਹਾ ਵੀ ਪੈਸੇ ਲੈ ਲਾ, ਪਰ ਇਹ ਮੰਨਿਆ ਨਹੀਂ, ਕਹਿੰਦਾ ਵੀ ਇੰਨਾ ਪੈਸੇ ਨਹੀਂ ਦਿੰਦਾ। ਫਿਰ ਸਾਨੂੰ ਇਹਦੇ ਕੋਲ ਐਨਕ ਖਰੀਦਣੀ ਪਈ ਤੇ ਫਿਰ ਇਹਦੀ ਸਾਨੂੰ ਮਦਦ ਕਰਨੀ ਪਈ।
ਹੁਣ ਵੇਖੋ ਜੀ, ਪਤਾ ਨਹੀਂ ਕੀ ਸਾਡੇ ਸੰਸਥਾਵਾਂ ਕਿਉਂ ਨਹੀਂ ਅੱਗੇ ਆਉਂਦੀਆਂ, ਕੀ ਕਮੀ ਕੀ ਕਿਹੜੀ ਗੱਲ ਦੀ ਆ ਵੀ, ਜਾਂ ਤਾਂ ਇਹਨਾਂ ਬਜਟ ਨਹੀਂ ਹੈਗਾ। ਹੁਣ ਥੋੜ੍ਹਾ ਜਿਹਾ ਕਰੋਨਾ 3-4 ਮਹੀਨੇ ਰਿਹਾ ਤੇ ਸਾਡੀ ਸ਼੍ਰੋਮਣੀ ਕਮੇਟੀ ਕਹਿਣ ਡਿਆ ਵੀ ਬਜਟ ਹੀ ਨਹੀਂ ਆ ਜੀ, ਲੰਗਰ ਵਾਸਤੇ ਰਸਤਾ ਮੁੱਕ ਗਈਆਂ। ਤੇ ਜੇ ਇੰਨੇ ਸਾਲ ਪਹਿਲਾਂ ਇੰਨੇ ਸਾਲ ਦਾ ਜਿਹੜਾ ਬਜਟ ਵਾ ਉਹ 3-4 ਮਹੀਨਿਆਂ 'ਚ ਕਿੱਦਾਂ ਮੁੱਕ ਗਿਆ? ਸੰਗਤ ਤੇ ਆਉਣ ਹੀ ਗਈ ਜੀ। ਜੇ ਆਪਾਂ ਕਹੀਏ ਵੀ ਸੰਗਤ ਲੱਖਾਂ ਦੇ ਨਾਲ ਆਉਂਦੀ ਰਹੀ, ਸੰਗਤ ਤੇ ਆਉਣ ਜਾਣ ਗੁਰਦੁਆਰੇ ਸਾਹਿਬ ਬੰਦ ਹੋ ਗਿਆ, ਤੇ ਉਹ ਬਜਟ ਜਿਹੜਾ ਉਹ 3-4 ਮਹੀਨਿਆਂ 'ਚ ਕਿੱਥੇ ਚਲ ਗਿਆ? ਇਹ ਸੋਚਣ ਵਾਲੀ ਗੱਲ ਵਾ ਕਿ ਇਹੋ ਜਿਹੇ ਬੱਚਿਆਂ ਦੀ ਸਾਨੂੰ ਅੱਗੇ ਆਣ ਕੇ ਬਾਂਹ ਫੜਨੀ ਚਾਹੀਦੀ ਸ਼੍ਰੋਮਣੀ ਕਮੇਟੀ ਨੂੰ। ਹੁਣ ਜੇ ਚਲੋ ਪਹਿਲਾਂ ਨਹੀਂ ਪਤਾ ਲੱਗਾ, ਹੁਣ ਪਤਾ ਲੱਗ ਗਿਆ, ਹੁਣ ਹੀ ਪ੍ਰਧਾਨ ਸਾਹਿਬ ਤੇ ਜਥੇਦਾਰ ਸਾਹਿਬ ਦਾ ਇਹਨਾਂ ਬੱਚਿਆਂ ਵਾਸਤੇ ਬਿਆਨ ਆਉਣਾ ਚਾਹੀਦਾ ਵਾ ਕਿ ਜਿਹਦੀ ਮਾਂ ਹੀ ਇੰਨੀ ਆ ਤੇ ਪਿਤਾ ਜਿਹੜਾ ਵਾ ਬੱਚੇ ਦਾ ਕਰਕੇ ਕੰਮ ਤੇ ਨਹੀਂ ਜਾਂਦਾ, ਵੀ ਇਹ ਛੋਟੇ ਜਿਹੇ ਬੱਚੇ ਨੂੰ ਮੈਂ ਛੱਡ ਕੇ ਕਿੱਥੇ ਜਾਵਾਂ? ਕਿਉਂਕਿ ਇਹ ਆਂਦਰਾਂ ਵਾ ਇੱਕ ਪਿਓ ਦੀਆਂ, ਜਿਹੜਾ ਬੇਟਾ ਵਾ ਤੇ ਉਹ ਕਦੀ ਵੀ ਛੱਡ ਕੇ ਨਹੀਂ ਜਾ ਸਕਦਾ ਕਿ ਮਗਰੋਂ ਕੁਝ ਵੀ ਹੋ ਸਕਦਾ ਬੱਚੇ ਦੇ ਨਾਲ। ਸੋ ਆਪਣਾ ਉਹਨੇ ਕੰਮ ਵੀ ਛੱਡਿਆ ਬੱਚੇ ਦਾ ਕਰਕੇ, ਤੇ ਇਹਦੇ ਵਾਸਤੇ ਸਾਨੂੰ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ। ਕਰੋਨਾ ਦਾ ਕਹਿਰ ਪੰਜਾਬ ਵਿੱਚ ਦਿਨੋਂ ਦਿਨ ਵੱਧ ਰਿਹਾ ਹੈ। ਆਏ ਦਿਨ ਕਰੋਨਾ ਵਾਇਰਸ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਇਸ ਦੇ ਤਹਿਤ ਹੀ ਹੁਣ ਕਰੋਨਾ ਵਾਇਰਸ ਨੇ ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਵੀ ਆਪਣੀ ਚਪੇਟ 'ਚ ਲੈ ਲਿਆ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਪੰਜਾਬ ਵਿੱਚ ਕਰੋਨਾ ਵਾਇਰਸ ਦਾ ਕਹਿਰ ਪਿਛਲੇ 5 ਮਹੀਨਿਆਂ ਤੋਂ ਛਾਇਆ ਹੋਇਆ ਹੈ। ਭਾਵੇਂ ਕਿ ਪੰਜਾਬ ਸਰਕਾਰ ਨੇ 3 ਮਹੀਨੇ ਸੂਬੇ 'ਚ ਕਰਫਿਊ ਲਗਾ ਕੇ ਇਸ ਵਾਇਰਸ ਦੀ ਚੇਨ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਉੱਤੇ ਕੁਝ ਹੱਦ ਤੱਕ ਤਾਂ ਕਾਬੂ ਪਾ ਲਿਆ ਗਿਆ, ਪਰ ਲਾਕਡਾਊਨ ਖੋਲ੍ਹਣ ਤੋਂ ਬਾਅਦ ਫਿਰ ਤੋਂ ਪੰਜਾਬ ਵਿੱਚ ਕਰੋਨਾ ਦੇ ਮਾਮਲਿਆਂ ਨੇ ਰਫ਼ਤਾਰ ਫੜ ਲਈ, ਜਿਸ ਨਾਲ ਸੂਬੇ ਅੰਦਰ 8500 ਤੋਂ ਵੱਧ ਕਰੋਨਾ ਦੇ ਪੋਜ਼ਿਟਿਵ ਕੇਸ ਸਾਹਮਣੇ ਆਏ ਨੇ। ਉੱਥੇ ਹੀ ਇਸ ਵਾਇਰਸ ਨੇ 200 ਤੋਂ ਵੱਧ ਲੋਕਾਂ ਦੀ ਜਾਨ ਵੀ ਲੈ ਲਈ। ਇਸ ਦੇ ਤਹਿਤ ਹੀ ਕਰੋਨਾ ਵਾਇਰਸ ਨੇ ਕਈ IPS ਤੇ IS ਅਧਿਕਾਰੀਆਂ ਨੂੰ ਆਪਣੇ ਲਪੇਟ 'ਚ ਲੈ ਲਿਆ। ਜਿੱਥੇ ਕਰੋਨਾ ਨੇ IS ਅਧਿਕਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ, ਉੱਥੇ ਹੀ ਹੁਣ ਇਸ ਵਾਇਰਸ ਨੇ ਪੰਜਾਬ ਦੇ ਸਿਆਸੀ ਖੇਤਰ 'ਚ ਵੀ ਐਂਟਰੀ ਮਾਰ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆ ਗਈ ਹੈ, ਜਿਸ ਕਾਰਨ ਪੰਜਾਬ ਦੇ ਸਿਆਸੀ ਲੀਡਰਾਂ 'ਚ ਹਫੜਾ ਤਫੜੀ ਦਾ ਮਾਹੌਲ ਬਣ ਗਿਆ। ਜਿਸ ਦੇ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਾਰੇ ਕੈਬਨਿਟ ਮੰਤਰੀਆਂ ਦੇ ਕਰੋਨਾ ਟੈਸਟ ਹੋਣਗੇ, ਜਿਸ ਲਈ ਸਾਰੇ ਮੰਤਰੀਆਂ ਦੇ ਟੈਸਟ ਲਈ ਨਮੂਨੇ ਲਏ ਗਏ ਹਨ। ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਕਰੋਨਾ ਦਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਸਿਹਤ ਵਿੱਚ ਸੁਧਾਰ ਹੈ ਤੇ ਖਤਰੇ ਵਾਲੀ ਕੋਈ ਗੱਲ ਨਹੀਂ। ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਲਾਕਡਾਊਨ ਲੱਗੇਗਾ ਜਾਂ ਨਹੀਂ, ਇਸ ਬਾਰੇ ਫੈਸਲਾ ਮੰਤਰੀ ਮੰਡਲ ਨੇ ਲੈਣਾ ਹੈ, ਪਰ ਲੋਕਾਂ ਨੂੰ ਖੁਦ ਹੀ ਕਰੋਨਾ ਮਹਾਮਾਰੀ ਦੇ ਬਚਾਅ ਲਈ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਉਹ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਅਸੀਂ ਜਿਹੜਾ CM ਸਾਹਿਬ ਦਾ ਆਦੇਸ਼ ਨੇ ਸਾਰਾ ਉਹਦਾ ਪਾਲਣ ਕੀਤਾ। ਮੈਂ ਤਾਂ ਪਿਛਲੇ ਹਫ਼ਤੇ ਟੈਸਟ ਕਰਾਇਆ ਸੀ ਆਪਣਾ, ਹਾਲੇ ਨੂੰ 5 ਦਿਨ ਹੋਏ ਸੀ ਤੇ ਮੈਂ 5 ਦਿਨਾਂ ਬਾਅਦ ਮੈਂ ਵੀ ਦੁਬਾਰਾ ਕਰਵਾਵਾਂਗਾ, ਕਿਉਂਕਿ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਉਹਦੀ ਮੁਲਾਕਾਤ ਕੀਤੀ, ਔਰ ਉਸ ਮੁਲਾਕਾਤ ਵਿੱਚ ਕੌਣ ਬੰਦਾ ਹੁੰਦਾ ਕੌਣ ਨਹੀਂ ਉਹਦਾ ਸਾਨੂੰ ਕਈ ਵਾਰੀ ਪਛਾਣ ਨਹੀਂ ਹੁੰਦੀ। ਤੇ ਪੂਰਾ ਦੇਖਣਾ ਸਵੇਰ ਦਾ ਮੇਰੇ ਕੋਲ ਕਿੰਨਾ ਕਰਾਊਡ ਸੀਗਾ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ, ਲੇਕਿਨ ਉੱਥੇ ਦਾ ਰੱਖ ਲਿਆ। ਅਤੇ ਬਾਹਰ ਜੋ ਲੋਕ ਇਕੱਠੇ ਹੁੰਦੇ ਨੇ, ਲੋਕਾਂ ਨੂੰ ਅੰਦਰ ਬੈਠਣ ਨੂੰ ਵੀ ਕਹਿੰਦਾ ਬੈਠਦੇ ਨੇ, ਪਰ ਪੋਲੀਟੀਕਲ ਬੰਦਿਆਂ ਨੂੰ ਫੀਲਡ 'ਚ ਜਾਣਾ ਪੈਂਦਾ ਤੇ ਤੁਸੀਂ ਆਪਣਾ ਮਹਿਕਮਾ ਚਲਾਉਣਾ, ਤੁਸੀਂ ਆਪਣੇ MLA ਸਾਹਿਬ ਨੇ ਆਪਣੇ ਹਲਕੇ ਦੇ ਪ੍ਰੋਬਲਮਾਂ ਸਮੱਸਿਆਵਾਂ ਨੂੰ ਉਹ ਲੋਕਾਂ 'ਚ ਵਿਚਰਨਾ ਪੈਂਦਾ। ਤਾਂ ਉਸੇ ਵਿਚਰਨ ਕਰਕੇ ਸਾਡੇ ਜਿਹੜੇ ਸੀਨੀਅਰ ਮੰਤਰੀ ਨੇ ਬਾਜਵਾ ਸਾਹਿਬ ਪੋਜ਼ਿਟਿਵ ਹੋਏ ਨੇ, ਪਰ ਬੜੀ ਵਾਹਿਗੁਰੂ ਦੀ ਕਿਰਪਾ ਹੈ ਕਿ ਬਿਲਕੁਲ ਉਹ ਠੀਕ ਠਾਕ ਨੇ, ਔਰ ਜਿੰਨੇ ਉਹਦੇ ਟੈਸਟ ਰਾਤ ਹੋਏ ਨੇ ਸਾਰੇ, ਚਾਹੇ ਆਕਸੀਜਨ ਲੈਵਲ ਸੀ ਜਾਂ ਹੋਰ ਲੈਵਲ, ਸਾਰੇ ਓਕੇ ਨੇ, ਬਿਲਕੁਲ ਫਾਈਨ ਨੇ ਇਸ ਵੇਲੇ। ਅਤੇ ਪਰਮਾਤਮਾ ਕਰੇ ਵੀ ਕੱਲ੍ਹ ਸ਼ਾਇਦ ਜਦੋਂ ਤੱਕ ਆਪਣੇ ਘਰੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਵੇ। ਹੁਣ ਤੁਹਾਨੂੰ ਤੁਸੀਂ ਇੰਨੇ ਬੰਦੇ ਆਏ ਹੋ, ਅਤੇ ਜੇ ਸਾਡੇ ਕੋਲ ਇਨਫੈਕਸ਼ਨ ਹੋਵੇ ਤੁਹਾਨੂੰ ਸਾਰਿਆਂ ਨੂੰ ਹੋ ਜਾਏਗੀ, ਜੇ ਤੁਹਾਡੇ ਕੋਲ ਹੋਊਗਾ ਜਿੰਨੇ ਇੱਥੇ ਬੈਠੇ ਹੋ ਸਾਰਿਆਂ ਨੂੰ ਹੋ ਜਾਏਗੀ। ਤਾਂ ਆਪਣੇ ਪ੍ਰੀਕਾਸ਼ਨ ਲੈਣ ਦੇ ਵਾਸਤੇ ਬਹੁਤ ਜ਼ਰੂਰੀ ਫੈਸਲਾ ਸੀ, ਇਸ ਕਰਕੇ ਇਹ ਫੈਸਲਾ ਸੀ ਉਹਦੇ ਸਾਰੇ ਟੈਸਟ ਦੇ ਫੋਟੇਜ ਹੋਏਗੀ ਅਤੇ ਫੋਟੇਜ ਵਿੱਚ ਬਲੱਡ ਆਕਸੀਜਨ ਲੈਵਲ, ਬਾਕੀ ਜਿਹੜਾ ਨਮੂਨੀਆ, ਕੋਈ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਬੁਖਾਰ ਚੱਲ ਰਿਹਾ ਸੀਗਾ ਹੁਣ ਤੱਕ? ਨਹੀਂ, ਉਹ ਬੁਖਾਰ ਥੋੜਾ ਸੀਗਾ ਲੇਕਿਨ ਹੁਣ ਨੋਰਮਲ। ਬਾਕੀ ਕੈਬਨਿਟ ਦੀ ਟੈਸਟਿੰਗ ਜਿਹੜੀ ਹੈ ਉਹਦੇ ਲਈ ਅੱਜ ਸਾਡੇ ਜਿੰਨੇ ਸਾਡੇ ਕੈਬਨਿਟ ਦੇ ਵਜ਼ੀਰ ਸਾਰਿਆਂ ਨੇ 11 ਵਜੇ ਜਾ ਕੇ ਉੱਥੇ ਪੰਜਾਬ ਭਵਨ 'ਚ ਟੈਸਟ ਆਪਰੇਸ਼ਨ ਤੋਂ ਲਿੱਤੇ ਨੇ, ਜਿਹਦੇ ਰਿਜ਼ਲਟ ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਆ ਜਾਣਗੇ। ਕਿ ਉਹ ਬੜਾ ਜ਼ਰੂਰੀ, ਲੋਕਾਂ ਨੂੰ ਖੁਦ ਚਾਹੀਦਾ ਕਿ ਅਸੀਂ ਜੋ ਸਰਕਾਰ ਨੇ ਗਾਈਡਲਾਈਨ ਜਾਰੀ ਕੀਤੀ ਹੈ, ਮਾਸਕ ਪਹਿਨਣਾ ਹੈ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਹੈ, ਘੱਟ ਤੋਂ ਘੱਟ ਬਾਹਰ ਨਿਕਲਣਾ ਹੈ। ਖਾਸ ਕਰ ਜਿਹੜੇ ਕੋਮੋਰਬਿਡ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ, ਜਿਵੇਂ ਸ਼ੂਗਰ ਦਾ ਮਰੀਜ਼ ਆ ਜਾਂ ਹਾਈਪਰਟੈਂਸ਼ਨ ਜਾਂ ਕਿਡਨੀ ਦਾ ਜਾਂ ਕੈਂਸਰ ਹੈ ਜਾਂ ਅਸਥਮਾ ਜਾਂ TB ਹੈ, ਉਹ ਤਾਂ ਬਿਲਕੁਲ ਹੀ ਸੀਨੀਅਰ ਏਜ 'ਚ ਹੈਗੇ ਨੇ, ਉਹਨੂੰ ਬਿਲਕੁਲ ਇਸ ਗੱਲ ਦਾ ਪਰਹੇਜ਼ ਕਰਨਾ ਚਾਹੀਦਾ। ਬਾਕੀ ਜਿਹੜੇ ਆਮ ਜਨਤਾ ਹੈ ਉਹਨਾਂ ਦਾ ਕੰਮ ਕਰਨਾ ਵੀ ਜ਼ਰੂਰੀ ਹੈ ਅਤੇ ਪ੍ਰੀਕਾਸ਼ਨ ਲੈਣਾ।
ਅਸੀਂ ਲੋਕਾਂ ਨੂੰ ਬੜਾ ਹੱਥ ਬੰਨ੍ਹ ਕੇ ਸਾਡਾ ਸਮਝਾਇਆ ਵੀ ਭਾਈ ਅਪੀਲ ਕਰਦੇ ਆ ਕਿੰਨਾ ਆਪਾਂ ਰੋਜ਼ ਖਰਚਾ ਐਡ ਤੇ ਕਰ ਰਹੇ ਆ, ਕਿੰਨਾ ਆਪਣਾ ਦੇਖੋ ਜਦੋਂ ਬੰਦਾ ਮੋਬਾਈਲ ਔਨ ਕਰਦਾ ਨਾਲ ਦੀ ਨਾਲ ਐਪ ਸ਼ੁਰੂ ਹੋ ਜਾਂਦਾ ਕਿ ਵੀ ਤੁਸੀਂ ਭਾਈ ਪ੍ਰੀਕਾਸ਼ਨ ਰੱਖੋ, ਲੇਕਿਨ ਲੋਕ ਉਹਦੀ ਪਰਵਾਹ ਨਹੀਂ ਸੀ ਕਰਦੇ। ਲੇਕਿਨ ਹੁਣ ਸਖਤੀ ਨਾਲ ਚਲਾਨ ਵੀ ਹੋ ਰਹੇ ਨੇ, ਸਭ ਕੁਝ ਹੋ ਰਿਹਾ, ਲੇਕਿਨ ਕੁਝ ਲੋਕ ਹਲੇ ਵੀ ਜਿਹੜਾ ਆਪਣੇ ਆਪ ਨੂੰ ਉੱਪਰ ਸਮਝਦੇ ਨੇ, ਉਹਨਾਂ ਦਾ ਫਿਰ ਬਾਅਦ ਸਖਤੀ ਕਰਨੀ ਸ਼ੁਰੂ। ਜਿਹੜੀ ਐਕਸਪਰਟ ਕਮੇਟੀ ਆ ਉਹ ਪੂਰੇ ਹਿੰਦੁਸਤਾਨ ਨੂੰ, ਪੂਰੇ ਵਰਲਡ ਨੂੰ ਵਾਚ ਕਰਦੀ ਹੈ। ਉਹਨਾਂ ਨੇ ਵੀ ਆਪਣੀ ਰਾਏ ਉੱਥੇ ਦੇਣੀ ਆ। ਉਸ ਰਾਏ ਤੋਂ ਬਾਅਦ ਸਾਡੇ ਜਿਹੜੇ ਵਜ਼ੀਰ ਸਾਹਿਬਾਨ ਸਾਰੇ ਹੈਗੇ ਨੇ ਉਹ ਆਪਣੀ ਸਾਂਝੀ ਰਾਏ ਦੇਣਗੇ, ਆਪੋ ਆਪਣੇ ਵਿਚਾਰ ਰੱਖਣਗੇ, ਫਿਰ ਉਸ ਤੋਂ ਬਾਅਦ ਫੈਸਲਾ ਸੀਐਮ ਸਾਹਿਬ ਦੇ ਉੱਤੇ ਹੁੰਦਾ। ਕੋਰੋਨਾ ਵਾਇਰਸ ਦਾ ਸੰਕਟ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ, ਇਹ ਸਾਡੇ ਲਈ ਕਈ ਹੋਰ ਨਵੀਆਂ ਸਮੱਸਿਆਵਾਂ ਖੜੀ ਕਰ ਸਕਦਾ ਹੈ ਤੇ ਇਸ ਵਾਇਰਸ ਤੇ ਕਦੋਂ ਕਾਬੂ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਨਿਊਜ਼ ਡੈਸਕ ਤੋਂ ਸਤਨਾਮ ਸਿੰਘ ਬਠੋਈ ਦੀ ਖਾਸ ਰਿਪੋਰਟ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste. ਅੰਮ੍ਰਿਤਸਰ ਵਿੱਚ ਆਏ ਦਿਨ ਮਾਰਕੁੱਟ ਦੀਆਂ ਵਾਰਦਾਤਾਂ ਵਧੀਆਂ ਜਾ ਰਹੀਆਂ ਨੇ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਬਦਮਾਸ਼ ਘਰ ਅੰਦਰ ਵੜ ਕੇ ਪਰਿਵਾਰ ਤੇ ਸ਼ਰੇਆਮ ਹਮਲਾ ਕਰ ਰਿਹਾ। ਅਜਿਹਾ ਹੀ ਮਾਮਲਾ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਪੁਰਾਣੇ ਨਾਰਾਇਣਗੜ੍ਹ ਵਿੱਚ 10-15 ਦੇ ਕਰੀਬ ਵਿਅਕਤੀਆਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਪੱਥਰਬਾਜ਼ੀ ਕੀਤੀ, ਜਿਸ ਦੌਰਾਨ ਇੱਕ ਬਜ਼ੁਰਗ ਔਰਤ ਸਮੇਤ ਦੋ ਨੌਜਵਾਨ ਜ਼ਖਮੀ ਹੋ ਗਏ ਅਤੇ ਪੁੱਤਰ ਪ੍ਰਵੀਨ ਸ਼ਰਮਾ ਵਾਸੀ ਪੁਰਾਣਾ ਨਾਰਾਇਣਗੜ੍ਹ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਇਲਾਕੇ 'ਚ ਵਾਲੀਬਾਲ ਖੇਡ ਰਹੇ ਸਨ। ਉਸਦੇ ਆਪਣੇ ਹੀ ਮਾਮੇ ਦੇ ਮੁੰਡੇ ਦੀ ਉਹਨਾਂ ਦੇ ਗੁਆਂਢੀ ਭੁਪਿੰਦਰ ਸਿੰਘ ਨਾਲ ਕਿਸੇ ਗੱਲ ਤੇ ਬਹਿਸ ਹੋ ਗਈ ਤੇ ਉਸੇ ਦੌਰਾਨ 10-15 ਨੌਜਵਾਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਉੱਤੇ ਹਮਲਾ ਕਰ ਦਿੱਤਾ ਗਿਆ। ਮੁੰਡੇ ਬੁਲਾਏ 40-50 ਮੁੰਡੇ, ਫਿਰ ਸਾਡੇ ਘਰ ਦੇ ਉੱਤੇ ਹਮਲਾ ਕੀਤਾ, ਇੱਟੇ ਰੋੜੇ ਚਲਾਏ, ਮਾਮਾ ਜੀ ਦੇ ਉੱਤੇ ਦਾਤਰ ਚਲਾਏ। ਮੇਰੇ ਡੈਡੀ ਨੇ ਮਹਾਂ ਬਚਾਇਆ ਉਹਨਾਂ ਨੂੰ ਤੇ ਬੱਚਿਆਂ ਨੂੰ ਆਪਾਂ ਮਹਾਂ ਬਚਾਇਆ। ਉੱਤੋਂ ਧਮਕੀਆਂ ਦੇ ਕੇ ਗਏ ਤੈਨੂੰ ਮਾਰ ਦੇਣਾ, ਉਹ ਕਰ ਦੇਣਾ। ਸਾਡਾ ਘਰ ਦਾ ਸ਼ੀਸ਼ਾ ਤੋੜਿਆ, ਬੜੇ ਜਾਣੇ ਉੱਤੋਂ ਆਏ, ਮਾਂ ਭੈਣ ਦੀਆਂ ਗਾਲਾਂ ਕੱਢ ਕੇ ਗਏ। ਭਾਵੇਂ ਕਿ ਅੱਜ ਝਗੜੇ ਹੋਣੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਉਹ ਲਾਗੇ ਉਹਨਾਂ ਦੇ ਘਰ ਆ, ਘਰ 'ਚ ਦੀਵਾਰ ਵੀ ਨਹੀਂ ਹੈਗੀ। ਵਾਲੀਬਾਲ ਖੇਡ ਰਹੇ ਸੀਗੇ ਬੱਚੇ ਤੇ ਉਹ ਵਾਲੀਬਾਲ ਜਿਹੜਾ ਵਾ ਉਹਨਾਂ ਦੀ ਰਸੋਈ 'ਚ ਚਲੇ ਗਿਆ ਸੀਗਾ। ਉਹਦੇ ਨਾਲ ਉਹ ਸਬਜ਼ੀ ਸੁਬਜ਼ੀ ਜਿਸ ਤਰ੍ਹਾਂ ਹੋ ਗਿਆ ਤੇ ਬੱਚੇ ਆਪਸ ਵਿੱਚ ਝਗੜ ਪਏ। ਉਹ ਤੁਹਾਨੂੰ ਪਤਾ ਦਰਸ਼ਕ ਜ਼ਿਆਦਾ ਹੋ ਜਾਂਦੇ, ਲੜਾਈ ਵਾਲੇ ਘੱਟ ਹੁੰਦੇ ਆ। ਰਾਤੀ ਵੀ ਇਹੀ ਹੋਇਆ, ਰਾਤੀ ਉਹਨਾਂ ਦਾ ਫੈਸਲਾ ਵੀ ਹੋ ਗਿਆ। ਤਰਨਤਾਰਨ ਦੇ ਪਿੰਡ ਗਿੱਲ ਵੜੈਚ ਦੇ ਮੌਜੂਦਾ ਕਾਂਗਰਸੀ ਸਰਪੰਚ ਤੇ ਪਿੰਡ ਦੀ ਧਰਮਸ਼ਾਲਾ ਉੱਤੇ ਕਬਜ਼ਾ ਕਰਨ ਦੇ ਆਰੋਪ ਲਗਾਏ ਗਏ ਹਨ। ਇਹ ਆਰੋਪ ਪਿੰਡ ਦੇ ਸਾਬਕਾ ਸਰਪੰਚ ਪਾਲ ਸਿੰਘ ਫੌਜੀ ਨੇ ਲਗਾਏ ਹਨ। ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਪਿੰਡ ਦੇ ਛੱਪੜ ਦੀ ਸਫਾਈ ਦੇ ਨਾਮ ਤੇ ਬਿਨਾਂ ਵਜ੍ਹਾ ਡੂੰਘਾ ਕਰਕੇ ਉਸ ਦੀ ਮਿੱਟੀ ਅਤੇ ਰੇਤਾ ਵੇਚਿਆ ਜਾ ਰਿਹਾ ਹੈ, ਜਿਸ ਲਈ ਪੰਚਾਇਤ ਵਿਭਾਗ ਵੱਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਦੋਂ ਇਸ ਬਾਰੇ ਮੌਜੂਦਾ ਸਰਪੰਚ ਦਿਲਬਾਗ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਿੰਡ ਦੀ ਭਲਾਈ ਲਈ ਧਰਮਸ਼ਾਲਾ ਵਿੱਚ ਮਿੱਟੀ ਪਾ ਕੇ ਇਸ ਨੂੰ ਬਰਾਬਰ ਕਰ ਰਹੇ ਹਾਂ ਅਤੇ ਸਾਬਕਾ ਸਰਪੰਚ ਬੇਵਜ੍ਹਾ ਉਹਨਾਂ ਨੂੰ ਤੰਗ ਕਰ ਰਿਹਾ ਅਤੇ ਸਾਡੇ ਉੱਪਰ ਝੂਠੇ ਇਲਜ਼ਾਮ ਲੱਗ ਰਹੇ ਨੇ। ਇਸ ਬਾਰੇ ਜਦੋਂ ਬਲਾਕ ਅਫਸਰ ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਬਕਾ ਸਰਪੰਚ ਵੱਲੋਂ ਉਹਨਾਂ ਨੂੰ ਇਸ ਸੰਬੰਧੀ ਸ਼ਿਕਾਇਤ ਆਈ ਹੈ ਅਤੇ ਜਲਦ ਹੀ ਪਿੰਡ ਜਾ ਕੇ ਮੌਕਾ ਵੇਖਿਆ ਜਾਵੇਗਾ। ਅਗਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਭਾਈ ਪਾਲ ਸਿੰਘ ਸਾਬਕਾ ਸਰਪੰਚ ਗਿੱਲ ਵੜੈਚ, ਮੇਰੇ ਹੀ ਟਾਈਮ ਦੇ ਉੱਤੇ ਦੀ ਜਦੋਂ ਮੇਰੇ ਸਰਪੰਚੀ ਦੀ ਸੇਵਾ ਸੀ ਉਦੋਂ ਅਸੀਂ ਇੱਕ ਧਰਮਸ਼ਾਲਾ ਬਣਾਈ ਸੀ ਇੱਥੇ ਆਪਣੀ ਜਿਹੜੀ ਆਪਣੇ ਗਿੱਲ ਵੜੈਚ ਤੋਂ ਬਾਕੀਪੁਰ ਨੂੰ ਸੜਕ ਜਾਂਦੀ ਉਹਦੇ ਤੇ, ਤਾਂ ਕਿ ਉਹਦੇ ਤੇ ਗਰੀਬ ਆਦਮੀ ਜਿਹੜੇ ਆ ਕਿਸੇ ਦੀ ਬਰਾਤ ਆਉਂਦੀ ਆ ਜਾਂ ਕਿਸੇ ਦਾ ਭੋਗ ਦਾ ਪ੍ਰੋਗਰਾਮ ਹੁੰਦਾ ਆ ਤਾਂ ਉੱਥੇ ਆਪਣਾ ਆਸਾਨੀ ਨਾਲ ਕਰ ਸਕੇ। ਤੇ ਹੁਣ ਜਿਹੜਾ ਮੌਜੂਦਾ ਸਰਪੰਚ ਹੈ ਦਿਲਬਾਗ ਸਿੰਘ, ਇਹ ਆਪਣੇ ਕਾਂਗਰਸ ਦਾ ਸਰਪੰਚ ਹੈ, ਉਹਦੀਆਂ ਦੋ ਕੰਧਾਂ ਢਾਹ ਕੇ ਤੇ ਅੱਗੇ ਉਹਨੂੰ ਢਾਈ ਜਾ ਰਿਹਾ ਹੈ ਇਸ ਮਨਸ਼ਾ ਦੇ ਨਾਲ ਕਿ ਆਪਣੀ ਉਹ ਪਰਸਨਲ ਪ੍ਰਾਪਰਟੀ ਦੇ ਵਿੱਚ ਉਹਨੂੰ ਕਨਵਰਟ ਕਰ ਸਕੇ। ਨਾਲ ਹੀ ਨਾਲ ਪਰਲੇ ਬੰਨੇ ਜਿਹੜਾ ਛੱਪੜ ਹੈ ਉਹਨੂੰ ਪੂਰ ਕੇ ਇੱਕ ਆਪਣੇ ਸਾਬਕਾ ਸਰਪੰਚ ਬਲਵੀਰ ਸਿੰਘ ਦੀ JCB ਦੇ ਨਾਲ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਉਹਨੂੰ ਪੂਰ ਕੇ ਤੇ ਲੋਕਾਂ ਨੂੰ ਸੇਲ ਕਰ ਰਿਹਾ। ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ
ਕਿ ਇਹ ਸਰਕਾਰੀ ਪ੍ਰਾਪਰਟੀ ਪੰਚਾਇਤ ਦੀ ਪ੍ਰਾਪਰਟੀ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਵਾ ਉਹ ਇਹ ਸਰਪੰਚ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿੰਨਾ ਚਿਰ ਤੱਕ ਇਹਦੇ ਤੇ ਪਰਚਾ ਦਰਜ ਨਹੀਂ ਹੁੰਦਾ ਇਹ ਉਹਨਾਂ ਚਿਰ ਤੱਕ ਇਹ ਸਟੇਟਸ ਕੋ ਮੇਨਟੇਨ ਕੀਤਾ ਜਾਵੇ। ਇਥੋਂ ਉਹ ਇੱਕ ਵੀ ਇੱਟ ਜਿਹੜੀ ਆ ਉਹ ਹਲਾਈ ਨਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਮਲਾ ਜੀ ਇਹ ਪਿੱਛੇ ਵੀ ਚੱਲਿਆ ਸੀ, ਇੱਕ ਨਾ ਧਰਮਸ਼ਾਲਾ ਗੁਲਜ਼ਾਰ ਸਿੰਘ ਨੇ ਢਾਈ ਸੀ ਕੰਧ ਤੇ ਮੈਂ ਉੱਥੇ ਜਾ ਕੇ ਬਲਾਕ 'ਚ ਵੀਡੀਓ ਦੇ ਪੇਸ਼ ਹੋਇਆ, ਫਿਰ ਆਣ ਕੇ ਇਹਨਾਂ ਨੂੰ ਰੋਕਿਆ, ਫਿਰ ਉਹ ਕੰਧ ਦੁਬਾਰੇ ਕਰਵਾਈ। ਪਰ ਉਹਨਾਂ ਹੁਣ ਵੀ ਇਹ ਮੁੱਦਾ ਚੁੱਕ ਕੇ ਨਵਾਂ ਹੀ ਆਪਣਾ ਦਿਲਬਾਗ ਸਿੰਘ ਸਰਪੰਚ ਨੇ ਕੰਧਾਂ ਢਾਹ ਕੇ ਉਹਦੀ ਭਰਤੀ ਪਾਉਣੀ ਸ਼ੁਰੂ ਕੀਤੀ, ਬਹਾਨੇ ਨਾਲ ਆਪਣੀ ਪ੍ਰਾਪਰਟੀ ਦੇ ਵਿੱਚ ਲਾਉਣਾ ਚਾਹੁੰਦਾ ਉਹਨੂੰ, ਤੇ ਉਹਨੂੰ ਰੋਕਿਆ ਵੀ ਆਪਾਂ ਨਹੀਂ ਰੋਕਿਆ। ਅਸੀਂ ਮੰਗ ਇਹੋ ਕਰਦੇ ਹਾਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਜੋ ਵੀ ਬਣਦੀ ਕਾਰਵਾਈ ਕਾਨੂੰਨੀ ਤੇ ਕੀਤੀ ਜਾਵੇ। ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਗਿਲਵੜੇ ਦਾ ਸਰਪੰਚ ਹਾਂ ਜੀ। ਮੈਨੂੰ ਜਾਣ ਕੇ ਇੱਕ ਜੀਓ ਜੀ ਜਿਹੜੀ ਸਾਬਕਾ ਪੰਚਾਇਤ ਆ ਤੰਗ ਪਰੇਸ਼ਾਨ ਕਰ ਰਹੀ ਆ ਸਾਰਾ ਪਿੰਡ ਮੇਰੇ ਨਾਲ ਆ ਜੀ। ਇਹਨਾਂ ਨੂੰ ਪੁੱਛ ਕੇ ਵੇਖੋ, ਬਿਲਕੁਲ ਸਹੀ ਕੰਮ ਹੁੰਦਾ ਪਿੰਡ 'ਚ। ਸਭ ਤੋਂ ਪਹਿਲਾਂ 1.5 ਸਾਲ ਮੜੀਆਂ ਦਾ ਕੰਮ ਕੀਤਾ, ਦੂਜੇ ਨੰਬਰ ਤੇ ਗੁਰਦੁਆਰਾ ਸਾਹਿਬ ਲੋਕੀ ਪਾਣੀ ਤੇ ਲੰਘਦੇ ਸੀ, ਚੁੱਕ ਕੇ ਪਹੁੰਚੇ, ਉਹ ਗਲੀ ਬਣਾਈ ਆ। ਤੀਜੇ ਨੰਬਰ ਤੇ ਆਹ ਕੰਮ ਚੱਲਣ ਡਿਆ। ਕੋਈ ਮਾੜਾ ਕੰਮ ਨਹੀਂ ਪਿੰਡ 'ਚ ਹੁੰਦਾ, ਸਭ ਕੰਮ ਸਹੀ ਹੁੰਦੇ। ਜਾਣ ਕੇ ਤੰਗ ਪਰੇਸ਼ਾਨ ਕਰਨ ਦੇ ਮੈਨੂੰ ਕਬਜ਼ਾ ਨਹੀਂ। ਆਹ ਤੁਹਾਨੂੰ ਮੌਕਾ ਵੇਖੋ, ਵੇਖ ਲਓ ਵੀ ਕਿੰਨਾ ਡੂੰਘਾ ਹੈ, ਪਾਣੀ ਖਲੋਤਾ ਸੀ। ਮੈਂ ਸਿਰਫ ਇਹਦੀ ਸਫਾਈ ਵਾਸਤੇ ਕਰਾਈ ਜੀ। ਕੰਧ ਵੀ ਥੋੜੀ ਢਾਈ ਹੈ, ਢਾਈ ਇਹ ਕਰਕੇ ਢਾਈ ਆ ਵੀ ਸਿਰਫ ਜੀਪੀਸੀ ਆਪਣੇ ਟਰਾਲੀਆਂ ਲਗਾਉਣ ਵਾਸਤੇ। ਇਹ ਦਰਖਾਸਤ ਜਿਹੜੀ ਗਿਲਵੜਾ ਚੋਂ ਕੱਲ੍ਹ ਹੀ ਮੇਰੇ ਕੋਲ ਅਜੇ ਪ੍ਰਾਪਤ ਹੋਈ ਆ, ਜਿਹਦੇ ਸਬੰਧ ਦੇ ਵਿੱਚ ਅਸੀਂ ਜਿਹੜਾ ਕੋਈ ਛੱਪੜ ਦੀ ਕਹਿੰਦੇ ਵੀ ਕੋਈ ਮਿੱਟੀ ਵੇਚੀ ਜਾ ਰਹੀ ਹੈ ਜਾਂ ਕੋਈ ਛੱਪੜ ਜਿਹੜਾ ਪਿੰਡ ਦੇ ਵਿੱਚ ਸੀ ਉਹਨੂੰ ਪੂਰ ਕੇ ਤੇ ਨਜਾਇਜ਼ ਕਬਜ਼ਾ ਕਰਨ ਦਾ ਸ਼ੱਕ ਹੈ, ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇਹਦਾ ਹੁਣ ਮੇਰੇ ਵੱਲੋਂ ਮੌਕਾ ਰੱਖਿਆ ਗਿਆ। ਮੌਕਾ ਵੇਖ ਕੇ ਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਹਦੇ ਵਿਰੁੱਧ ਬਣਦੀ ਕਾਰਵਾਈ ਅਸੀਂ ਕੀਤੀ ਜਾਏ। ਇਸ ਸੰਬੰਧ 'ਚ ਵੀ ਅੱਜ ਹੀ ਮੈਂ ਮੌਕਾ ਰੱਖਿਆ ਵਾ, ਉਹਦੇ ਮੌਕਾ ਵੇਖ ਕੇ ਮੈਂ ਉਹਦੇ ਵਿਰੁੱਧ ਵੀ ਜੇ ਕੋਈ ਉਹਦੇ 'ਚ ਦੋਸ਼ੀ ਪਾਇਆ ਜਾਂਦਾ ਵਾ, ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਵਿਰੁੱਧ ਅਸੀਂ ਕਾਰਵਾਈ ਕਰਾਂਗੇ ਔਰ ਪੰਚਾਇਤ ਦੀ ਜਿਹੜੀ ਹੈ ਪ੍ਰਾਪਰਟੀ ਦੀ ਜਿਹੜਾ ਕੋਈ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਊਗਾ। ਨਵਤੇਜ ਹਿਊਮੈਨਿਟੀ ਹਸਪਤਾਲ ਦੇ ਇੰਚਾਰਜ ਨਵਤੇਜ ਸਿੰਘ ਗੱਗੂ ਇਸ ਦੇ ਖਿਲਾਫ ਬਟਾਲਾ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਮਾਨਯੋਗ ਅਦਾਲਤ ਵੱਲੋਂ ਅੱਜ ਨਵਤੇਜ ਗੱਗੂ ਨੂੰ ਜ਼ਮਾਨਤ ਉੱਤੇ ਰਿਹਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ। ਉੱਥੇ ਹੀ ਨਵਤੇਜ ਸਿੰਘ ਗੱਗੂ ਦੇ ਵਕੀਲ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਨਵਤੇਜ ਸਿੰਘ ਗੱਗੂ ਸਮੇਤ 19 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪਿਛਲੇ ਕੁਝ ਦਿਨ ਪਹਿਲਾਂ ਨਵਤੇਜ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਪੁਲਿਸ ਰਿਮਾਂਡ ਦੇ ਬਾਅਦ ਅਦਾਲਤ ਵੱਲੋਂ 13 ਜੁਲਾਈ ਨੂੰ ਗੁਰਦਾਸਪੁਰ ਜੇਲ੍ਹ ਵਿੱਚ ਭੇਜਿਆ ਗਿਆ ਸੀ। ਵਕੀਲ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਨਯੋਗ ਅਦਾਲਤ ਵਿੱਚ ਗੱਗੂ ਦੀ ਜ਼ਮਾਨਤ ਦਾ ਬੇਨਤੀ ਪੱਤਰ ਉਹਨਾਂ ਵੱਲੋਂ ਲਗਾਇਆ ਗਿਆ ਸੀ, ਜਿਸ ਦੀ ਸੁਣਵਾਈ ਕਰਦੇ ਹੋਏ ਅੱਜ ਬਟਾਲਾ ਦੀ ਅਦਾਲਤ ਵੱਲੋਂ ਨਵਤੇਜ ਸਿੰਘ ਗੱਗੂ ਦੀ ਜ਼ਮਾਨਤੀ ਪੱਤਰ ਮਨਜ਼ੂਰ ਕਰ ਲਿਆ ਗਿਆ। ਨਵਤੇਜ ਸਿੰਘ ਗੱਗੂ ਦੀ ਜਿਹੜੀ ਅੱਜ ਬੇਲ ਐਪਲੀਕੇਸ਼ਨ ਸੀ 437 CRPC ਦੇ ਤਹਿਤ ਅਸੀਂ ਮਾਨਯੋਗ ਅਦਾਲਤ ਸ਼੍ਰੀ ਬਿਕਰਮਦੀਪ ਜੱਸਪ ਦੀ ਕੋਰਟ ਦੇ ਵਿੱਚ ਬਟਾਲਾ ਵਿਖੇ ਫਾਈਲ ਕੀਤੀ ਸੀ, ਜਿਸ ਦਿਨ ਉਸ ਨੂੰ ਜੁਡੀਸ਼ੀਅਲ ਰਿਮਾਂਡ ਵਿੱਚ ਭੇਜਿਆ ਗਿਆ ਸੀ। ਉਸੇ ਦਿਨ ਫਾਈਲ ਕਰ ਦਿੱਤੀ ਗਈ ਸੀ ਤੇ ਅੱਜ ਮਾਨਯੋਗ ਅਦਾਲਤ ਨੇ ਸਾਡੀ ਬੇਲ ਦੀ ਸੁਣਵਾਈ ਕਰਦੇ ਹੋਏ ਉਸ ਨੂੰ ਬੇਲ ਤੇ ਰਿਹਾ ਹੋਣ ਵਾਸਤੇ ਹੁਕਮ ਜਾਰੀ ਕੀਤੇ ਨੇ। ਹਾਂਜੀ, ਇਹਦੇ ਖਿਲਾਫ ਜੀ ਜਿਹੜੀ ਧਾਰਾਵਾਂ ਸੀ 437 353 427 353 187 ਤੇ 149 IPC ਦੇ ਤਹਿਤ ਬਟਾਲਾ ਪੁਲਿਸ ਸਟੇਸ਼ਨ ਬਟਾਲਾ ਦੇ ਵਿੱਚ ਇਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਹਦੇ ਵਿੱਚ 353 ਜਿਹੜੀ ਧਾਰਾ ਵਾ ਉਹ ਨਾਨ ਅਵੇਲੇਬਲ ਹੋਣ ਕਰਕੇ ਇਸ ਦੀ ਜਿਹੜੀ ਹੀ ਬੇਲ ਜਿਹੜੀ ਆ ਉਹ ਰੈਗੂਲਰ ਫਿਰ ਫਾਈਲ ਕੀਤੀ ਗਈ ਸੀ, ਕਿਉਂਕਿ ਇਸ ਦੀ ਅਰੈਸਟ ਹੋ ਚੁੱਕੀ ਸੀ ਕੰਸਰਨ ਪੁਲਿਸ ਸਟੇਸ਼ਨ ਵੱਲੋਂ। ਹਾਂਜੀ ਸਰ, ਉਹਦੀਆਂ ਜਿਹੜੀਆਂ ਬੇਲ ਐਪਲੀਕੇਸ਼ਨ ਆ 438 ਐਂਟੀਸਪਿਟਰੀ ਬੇਲ ਅਸੀਂ ਫਾਈਲ ਕੀਤੀ ਹੋਈ ਹੈ ਜੀ, ਜਿਹੜੀ ਕਿ ਮਾਨਯੋਗ ਅਦਾਲਤ ਸ਼੍ਰੀ ਜਸਵਿੰਦਰ ਸਿੰਘ ਜੱਸਪ ਦੀ ਕੋਰਟ ਦੇ ਵਿੱਚ ਪੈਂਡਿੰਗ ਆ ਤੇ ਉਸ ਦੀ ਜਿਹੜੀ ਸੁਣਵਾਈ ਦੀ ਤਰੀਕ ਉਹਨਾਂ ਨੇ 17/7 ਇਸੇ ਮਹੀਨੇ ਦੀ 17 ਤਰੀਕ ਰੱਖੀ ਹੋਈ ਆ ਤੇ ਉਮੀਦ ਹੈ ਕਿ ਉਹ ਵੀ ਬੇਲ ਆਪਾਂ ਫੈਕਟਸ ਦੇ ਮੁਤਾਬਕ ਜਿਹੜੀ ਕਰਵਾਈ। ਹੁਣ ਕਦੋਂ ਤੱਕ ਨਵਤੇਜ ਸਿੰਘ ਗੱਗੂ ਜੀ ਆਪਣੇ ਘਰ ਵਾਪਸ ਆ ਜਾਣਗੇ? ਹਾਂਜੀ, ਬੇਲ ਬੌਂਡਸ ਉਹਨਾਂ ਦੇ ਫਰਨਿਸ਼ ਕਰ ਦਿੱਤੇ ਗਏ ਆ ਕਲਰਕਸ ਵੱਲੋਂ, ਜਿਹੜੇ ਐਕਸੈਪਟ ਵੀ ਹੋ ਚੁੱਕੇ ਆ ਮਾਨਯੋਗ ਅਦਾਲਤ ਵੱਲੋਂ, ਤੇ ਕੋਸ਼ਿਸ਼ ਹੈਗੀ ਹੈ ਕਿ ਅੱਜ ਹੀ ਜੇ ਸਾਰੀਆਂ ਫਾਰਮੈਲਿਟੀਜ਼ ਪੂਰੀਆਂ ਹੋ ਜਾਂਦੀਆਂ ਤੇ ਅੱਜ ਸ਼ਾਮ ਤੱਕ ਜਿਹੜੀ ਉਹਦੀ ਰਿਹਾਈ ਦੇ ਆਰਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ। ਸਰਕਾਰ ਮਹਾਮਾਰੀ ਤੋਂ ਬਚਾਅ ਲਈ ਨਵੀਂ ਗਾਈਡਲਾਈਨ ਜਾਰੀ ਕਰ ਰਹੀ ਹੈ। ਨਵੀਂ ਗਾਈਡਲਾਈਨਸ 'ਚ ਪੰਜਾਬ ਸਰਕਾਰ ਨੇ ਹੁਣ ਵਿਆਹਾਂ ਵਿੱਚ 50 ਲੋਕਾਂ ਦੇ ਇਕੱਠ ਨੂੰ ਘਟਾ ਕੇ 30 ਲੋਕਾਂ ਵਿੱਚ ਤਬਦੀਲ ਕਰ ਦਿੱਤਾ ਹੈ। ਭਾਵੇਂ ਸਰਕਾਰ ਵੱਲੋਂ ਦਿੱਤੀ ਗਈ ਗਾਈਡਲਾਈਨ ਲੋਕਾਂ ਦੀ ਭਲਾਈ ਲਈ ਹੈ, ਪਰ ਲੁਧਿਆਣਾ ਵਿੱਚ ਇਹ ਗਾਈਡਲਾਈਨ ਲੜਾਈ ਦਾ ਕਾਰਨ ਬਣ ਗਈ। ਜੀ ਹਾਂ, ਮਾਮਲਾ ਲੁਧਿਆਣਾ ਦੇ ਦੁਗਰੀ ਰੋਡ ਤੇ ਬਣੇ ਇੱਕ ਹੋਟਲ ਦਾ। ਮੇਰਾ 17 ਜੁਲਾਈ ਦਾ ਵਿਆਹ ਆ, 16 ਜੁਲਾਈ ਦੀ ਮੇਰੀ ਇੱਥੇ ਅੰਗੇਜਮੈਂਟ ਸੀਗੀ, ਰਿੰਗ ਸੈਰੇਮਨੀ ਫੰਕਸ਼ਨ ਸੀਗਾ ਤੇ ਕੱਲ ਨਵੀਂ ਗਾਈਡਲਾਈਨਸ ਆਈਆਂ। ਅਸੀਂ ਇਹਨਾਂ ਕੋਲ ਆਏ ਸੀਗੇ ਕਿ 30 ਬੰਦੇ ਦੀ ਗੈਦਰਿੰਗ ਹੋ ਗਈ ਹੈ, ਕਿੱਦਾਂ ਕਰਾਂਗੇ। ਇਹ ਕਹਿੰਦੇ ਤੁਸੀਂ ਸਾਡੇ ਵੱਲੋਂ 100 ਬੰਦੇ ਲਿਆਓ, ਆਪਣੀ ਸੈਟਿੰਗ ਆਪਾਂ ਦੇਖ ਲਾਂਗੇ, ਹੈਂਡਲ ਕਰ ਲਾਂਗੇ। ਅਸੀਂ ਕਿਹਾ ਸਰ ਨਹੀਂ,
ਅਸੀਂ ਰਿਸਕ ਨਹੀਂ ਲੈ ਸਕਦੇ ਬਿਕੋਜ਼ ਅਸੀਂ ਸਾਰੇ ਨਾ ਐਕਚੁਅਲੀ ਲੀਗਲ ਫੈਮਿਲੀ ਤੋਂ ਹੀ ਹੈ। ਕੋਈ ਵਕੀਲ ਹੈ, ਅਸੀਂ ਸਾਡੇ ਪੜ੍ਹੇ ਲਿਖੇ ਬੰਦੇ ਦਾ ਸੀਗਾ, ਅਸੀਂ ਰਿਸਕ ਨਹੀਂ ਲੈਣੇ ਵਾਲਾ, ਅਸੀਂ 30 ਬੰਦੇ ਹੀ ਕਰਨੇ ਆ। ਇਹ ਕਹਿੰਦੇ ਤੁਹਾਨੂੰ 30 ਬੰਦੇ ਵਾਰਾ ਨਹੀਂ ਖਾਂਦੇ। ਅਸੀਂ ਕਿਹਾ ਕੋਈ ਹੱਲ ਕੱਢੋ। ਉਹਦੇ ਬਾਅਦ ਇਹ ਬੰਦਾ ਸਾਨੂੰ ਕਹਿੰਦਾ ਚਲੋ ਤੁਹਾਡਾ 30 ਦਾ ਫੰਕਸ਼ਨ ਕਰ ਦਿੰਦੇ। ਇੱਕ ਹਾਲ ਦਿਖਾਇਆ, ਸਾਨੂੰ ਪਸੰਦ ਨਹੀਂ ਆਇਆ। ਅਸੀਂ ਕਿਹਾ ਸਾਨੂੰ ਇਹ ਵੀ ਨਹੀਂ, ਦੂਜਾ ਹਾਲ ਚਾਹੀਦਾ ਕਿ ਉਹ ਬੈਚਲਰਸ ਪਾਰਟੀ ਵਾਲਾ ਹਾਲ ਹੈ ਜਿੱਥੇ ਬਾਰ-ਬੂਰ ਬਣਿਆ ਹੋਇਆ ਸੀਗਾ। ਅਤੇ ਅਸੀਂ ਕਿਹਾ ਨਹੀਂ, ਸਾਨੂੰ ਦੂਜਾ ਹਾਲ ਦੇ ਦਿਓ ਤੁਸੀਂ, ਅਸੀਂ ਕਰ ਲੈਂਦੇ ਹਾਂ। ਇਹਨਾਂ ਨੇ ਕਿਹਾ ਸਾਨੂੰ ਵਾਰਾ ਨਹੀਂ ਖਾਂਦਾ, ਅਸੀਂ ਨਹੀਂ ਕਰ ਸਕਦੇ 30 ਦਾ ਫੰਕਸ਼ਨ। ਫਿਰ ਅਸੀਂ ਸਾਡੇ ਪੈਸੇ ਰਿਫੰਡ ਕਰ ਦਿਓ। ਇਹਨਾਂ ਨੇ ਕਹਤਾ ਨਹੀਂ ਹੋਏਗਾ, ਮੈਨੇਜਮੈਂਟ ਮਨਾ ਕਰ ਦਿਆ, ਰਿਫੰਡ ਨਹੀਂ ਹੋਣਗੇ ਪੈਸੇ। ਕਾਲ ਕਰਨ ਗਏ ਸੀ ਆਪਣੇ ਬਾਊ ਜੀ ਨੂੰ, ਕਿਸੇ ਨੂੰ ਨਹੀਂ ਰਿਪਲਾਈ ਆਇਆ ਕੋਈ। ਕਹਿੰਦੇ ਸਾਡੀ ਮੈਨੇਜਮੈਂਟ ਪੈਸੇ ਵਾਪਸ ਨਹੀਂ ਕਰੂਗੀ। ਅਸੀਂ ਕਿਹਾ ਕਿਉਂ ਨਹੀਂ ਕਰੋਗੇ? ਅਸੀਂ ਕਿਹਾ ਠੀਕ ਹੈ ਫਿਰ ਜਿਹੜਾ ਦੂਜਾ ਫੰਕਸ਼ਨ ਚੱਲ ਰਿਹਾ ਨਾ, ਅਸੀਂ ਇੱਕ ਵਾਰੀ ਉਹ ਦੇਖ ਲੈਂਦੇ ਹਾਂ, ਉਹਦੀ ਵੀਡੀਓ ਜਾਂ ਫੋਟੋਗ੍ਰਾਫੀ ਬਣਾ ਕੇ ਘਰੇ ਭੇਜ ਦਿੰਦੇ, ਦਿਖਾ ਦਿੰਦੇ ਹਾਂ ਕਿ ਜੋ ਅਪਰੂਵਲ ਆਊਗਾ ਘਰ ਦੇ ਵੱਡਿਆਂ ਦਾ ਕਿ ਅਸੀਂ ਇੱਥੇ ਕਰ ਲੈਂਦੇ, ਚਲੋ ਇਹ ਵਾਲਾ ਕਰ ਲੈਂਦੇ ਹਾਲ, ਕਿਉਂਕਿ ਅਸੀਂ ਦੇਖਿਆ ਦੂਜਾ ਹਾਲ ਵੱਡਾ ਥੱਲੇ ਵਾਲਾ ਬਣਾਈ। ਇਹਨਾਂ ਦੀ ਮੈਡਮਾਂ ਨੇ ਫਿਰ ਪਤਾ ਨਹੀਂ ਕੀ ਗੱਲ ਹੋਈ, ਸਾਨੂੰ ਕਹਿੰਦੇ ਕਿ ਇਹ ਲੋਕ ਬਾਹਰ ਸੀਗੇ, ਪਿੱਛੇ ਮੈਡਮ ਅੰਦਰ ਆ ਗਈ, ਕਹਿੰਦੇ ਅਸੀਂ ਨਹੀਂ ਬਣਾਉਣੇ ਤੁਸੀਂ ਵੀਡੀਓ। ਸਾਡਾ ਹੱਥ ਫੜਿਆ, ਸਾਨੂੰ ਬਾਹਰ ਸਾਡੇ ਮੇਰੇ ਭਰਾ ਦਾ ਫੋਨ ਖੋਹ ਲਿਆ, ਗੈਸਟ ਨੂੰ ਬੁਲਾ ਲਿਆ, ਜਿਹੜੇ ਗੈਸਟ ਫੰਕਸ਼ਨ ਚੱਲ ਰਹੇ ਸੀ ਸਾਡੇ ਨਾਲ ਇਹਨਾਂ ਨੇ ਧੱਕਾ ਮੁੱਕੀ ਕੀਤੀ, ਸਾਨੂੰ ਹੱਥਾਂ ਪਾਈ ਕਰਨ ਲੱਗੇ। ਪਿੱਛੇ ਉਹਦੇ ਬਾਅਦ ਖੂਨ ਵੀ ਗਿਰਿਆ ਪਿਆ ਪੂਰਾ, ਕੋਨੇ 'ਚ ਲੈ ਗਏ। ਮੇਰੇ ਸਿਰ 'ਚ ਮਾਰੀ ਬਾਲਟੀ ਛੋਟੀ ਜਿਹੜੀ ਹੁੰਦੀ ਹੈ ਆਪਣੀ ਸਰਵਿੰਗ ਵਾਲੀ ਬਾਲਟੀ, ਸਰਵਿੰਗ ਬਾਲਟੀ ਦਾ ਜੱਗ ਮੇਰੇ ਸਿਰ 'ਤੇ ਮਾਰਿਆ। ਅਤੇ ਹੁਣ ਦੱਸੋ ਮੈਂ ਇੱਦਾਂ ਜਾਊਂਗਾ 17 ਦੇ ਵਿਆਹ 'ਤੇ ਆਪਣੇ ਨੂੰ? ਮੈਨੇਜਮੈਂਟ ਦਾ ਇਹਨਾਂ ਦਾ ਮੈਨੇਜਰ ਹੈਗਾ ਸੂਰਜ। ਸਟਾਫ ਨੇ ਵਿਜੇ ਵਰਮਾ ਜੀ ਦੇ ਕਹਿਣ ਤੇ ਕੀਤਾ। ਸੂਰਜ ਇਹਨਾਂ ਦਾ ਸਟਾਫ ਹੈ, ਮੈਨੇਜਰ ਹੈ ਸੂਰਜ ਵਰਮਾ ਜੀ ਦੇ ਕਹਿਣ ਤੇ ਉਹਨੇ ਮਾਰਿਆ। ਕੀ ਮੰਗ ਕਰਦੇ? ਜਸਟਿਸ ਸਰ, ਇਨਸਾਫ। ਮੇਰਾ ਤਾਂ ਉਹਨਾਂ ਦਾ ਮੋਬਾਈਲ ਵੀ ਖੋਲਿਆ, ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਚੈੱਕ ਕਰਵਾ ਸਕਦੇ ਆ। ਇਹਨਾਂ ਨੂੰ ਕਹਿੰਦੇ ਆ 30 ਬੰਦਿਆਂ ਦੀ ਬਜਾਏ 100 ਬੰਦੇ ਲੈ ਕੇ ਆਓ। ਸਾਡੀ ਸੈਟਿੰਗ ਆ, ਸਾਡੀ ਪ੍ਰਸ਼ਾਸਨ ਅੱਗੇ ਮੰਗ ਆ ਕਿ ਕੀ ਇਹਨਾਂ ਨਾਲ ਵਾਕਈ ਕਿਸੇ ਦੀ ਸੈਟਿੰਗ ਆ। ਅਸੀਂ ਕਮਿਸ਼ਨਰ ਸਾਹਿਬ ਨੂੰ ਪੁੱਛਣਾ ਚਾਹੁੰਦੇ ਆ ਕਿ ਇੰਨੀ ਇਹਨਾਂ ਦੀ ਬਦਮਾਸ਼ੀ ਚੱਲਦੀ ਆ ਕਿ ਜੇ ਗਵਰਨਮੈਂਟ ਦੀ ਗਾਈਡਲਾਈਨ ਨੂੰ ਇਹ ਛੱਡ ਕੇ 30 ਬੰਦਿਆਂ ਦੀ ਜਾਂ 50 ਨੂੰ ਛੱਡ ਕੇ ਇਹ 100 ਬੰਦਿਆਂ ਦਾ ਪ੍ਰੋਗਰਾਮ ਵੀ ਕਰਨ ਨੂੰ ਤਿਆਰ ਨੇ, ਫਿਰ ਇਹ ਕਸਟਮਰ ਦੇ ਨਾਲ ਧੱਕਾ ਕਰ ਰਹੇ ਨੇ। ਦੇਖੋ ਅਜੇ ਵੀ ਫੰਕਸ਼ਨ ਚੱਲ ਰਿਹਾ, ਉਹਦੀ ਤੁਸੀਂ ਗੈਦਰਿੰਗ ਚੈੱਕ ਕਰਵਾ ਲਓ, 100 ਤੋਂ ਉੱਤੇ ਹੋਊਗੀ। ਅੰਦਰ ਚੱਲਦੇ ਆ, ਅੰਦਰ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ। ਅਸੀਂ ਉਹ ਫੰਕਸ਼ਨ ਬੁੱਕ ਕਰਾਇਆ ਸੀਗਾ, ਸਾਡੇ ਰਾਹੁਲ ਜੀ ਦਾ ਇੱਥੇ ਮੈਰਿਜ ਦਾ ਫੰਕਸ਼ਨ ਅਸੀਂ ਬੁੱਕ ਕਰਾਇਆ ਸੀਗਾ। ਅਸੀਂ ਅੱਜ ਇੰਨੀ ਬੇਨਤੀ ਕਰਦੇ ਹਾਂ ਕਿ ਇਹ ਸ਼ਰੇਆਮ ਬਦਮਾਸ਼ੀ ਕਰ ਰਹੇ ਆ। ਇਹਨਾਂ ਨੇ ਵਿਜੇ ਵਰਮਾ ਜੀ ਦੇ ਕਹਿਣ ਦੇ ਉੱਤੇ ਤੇ ਉਹਨਾਂ ਦੇ ਬੇਟੇ ਚੇਤਨ ਵਰਮਾ ਜੀ ਦੇ ਕਹਿਣ ਦੇ ਉੱਤੇ ਇਹਨਾਂ ਤੇ ਅਟੈਕ ਕੀਤਾ, ਇਹਨਾਂ ਦਾ ਮੋਬਾਈਲ ਖੋਇਆ। ਸਾਡੀ ਸਰਕਾਰ ਨੂੰ ਇੰਨੀ ਬੇਨਤੀ ਹੈ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਜੇ ਇਹਨਾਂ ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਊਗੀ ਤਾਂ ਸਾਡੇ ਤੋਂ ਜੋ ਹੋਊਗਾ ਅਸੀਂ ਆਪਣਾ ਪ੍ਰਦਰਸ਼ਨ ਕਰਾਂਗੇ ਜੀ। ਪਰ ਅਸੀਂ ਆਹ ਧੱਕੇ ਨਾਲ ਹੋਟਲ ਨਹੀਂ ਚੱਲਣ ਦੇਵਾਂਗੇ। ਜਿਹੜਾ ਇਹ ਮਾਫੀਆ ਚਲਾ ਰਿਹਾ ਹੋਟਲ ਦੇ ਵਿੱਚ, ਜਿੰਨਾ ਗਲਤ ਕੰਮ ਇਹ ਕਰ ਰਹੇ ਨੇ, ਜਿੰਨਾ ਕਰੈਕਟਰਲੈਸ ਬੰਦੇ ਇਹ ਦੇਖੇ ਨੇ, ਇਸ ਤੋਂ ਗੰਦੇ ਬੰਦੇ ਅਸੀਂ ਜ਼ਿੰਦਗੀ 'ਚ ਨਹੀਂ ਦੇਖੇ। ਵਿਜੇ ਵਰਮਾ ਜੀ, ਚੇਤਨ ਵਰਮਾ ਜੀ ਤੇ ਇਹਨਾਂ ਦਾ ਸਟਾਫ ਹੁਣ ਸਾਨੂੰ ਬਲੈਕਮੇਲ ਕਰਦੇ ਨੇ। ਇਹ ਕਹਿੰਦੇ ਕਿ ਅਸੀਂ ਤਾਂ ਕੁੜੀਆਂ ਦੇ ਕੱਪੜੇ ਪਟਵਾ ਲਾਂਗੇ, ਕਹਿ ਦਾਂਗੇ ਕਿ ਵੀ ਤੁਸੀਂ ਲੋਕਾਂ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਬੰਦਾ ਇੰਨਾ ਗਿਰ ਸਕਦਾ ਉਹ ਬੰਦੇ ਤੋਂ ਅਸੀਂ ਕੁਝ ਐਕਸਪੈਕਟ ਨਹੀਂ ਕਰ ਸਕਦੇ। ਸਾਡੂ ਸੀਪੀ ਸਾਹਿਬ ਨੂੰ ਤੇ ਇੱਥੇ ਦੀ ਸਰਕਾਰ ਨੂੰ ਇੰਨੀ ਬੇਨਤੀ ਹੈ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਜੇ ਉਹ ਕਾਰਵਾਈ ਨਹੀਂ ਕਰਦੇ ਤਾਂ ਸਾਡੇ ਤੋਂ ਜੋ ਹੋਊਗਾ ਅਸੀਂ ਕਰ ਲਵਾਂਗੇ। ਮਾਮਲੇ ਦੁੱਗਰੀ ਰੋਡ ਦੇ ਉੱਤੇ ਗ੍ਰੈਂਡ ਮੈਰੀਅਨ ਹੋਟਲ ਆ, ਉੱਥੇ ਸਾਨੂੰ ਪਤਾ ਲੱਗਾ ਜੀ, ਸੂਚਿਤ ਹੋਈ ਸੀਗੀ ਵੀ ਇੱਥੇ ਕਿਸੇ ਦੀ ਲੜਾਈ ਹੋਈ ਆ। ਜਦੋਂ ਅਸੀਂ ਆ ਕੇ ਮੌਕੇ ਤੇ ਪਹੁੰਚੇ ਆ ਤੇ ਉਸ ਟਾਈਮ ਸਾਰਾ ਕੁਝ ਸ਼ਾਂਤ ਸੀਗਾ ਤੇ ਆਪਣੀ ਜੋ ਵੀ ਪਤਾ ਤਫਤੀਸ਼ ਕਰ ਰਹੇ ਆ, ਜੋ ਵੀ ਕਾਰਵਾਈ ਬਣਦੀ ਕਾਰਵਾਈ ਆ। ਫਿਲਹਾਲ ਸਾਡੇ ਕੋਲ ਹਜੇ ਤੱਕ ਕੋਈ ਦਰਖਾਸਤ ਵਗੈਰਾ ਕੁਝ ਨਹੀਂ ਆਈ ਆ। ਜੋ ਦਰਖਾਸਤ ਦੇਣਗੇ ਜਿਸ ਤਰ੍ਹਾਂ ਦੀ ਬਣਦੀ ਕਾਰਵਾਈ ਉਸ ਤਰ੍ਹਾਂ ਦੀ ਕੀਤੀ। ਤੇ ਹੁਣ ਖਬਰ ਲੁਧਿਆਣਾ ਤੋਂ, ਜਿੱਥੇ ਕਰੋਨਾ ਵਾਇਰਸ ਦੇ ਚੱਲਦੇ ਲੋਕਾਂ ਦੀ ਭਲਾਈ ਲਈ ਸਮਾਜ ਸੇਵੀ ਸੰਸਥਾ ਹੈਲਪਫੁਲ ਵੈਲਫੇਅਰ ਸੁਸਾਇਟੀ ਵੱਲੋਂ ਨੇਕੀ ਦੀ ਦੁਕਾਨ ਦਾ ਉਦਘਾਟਨ ਕੀਤਾ ਗਿਆ। ਇਸ ਦੁਕਾਨ 'ਚ ਲੋਕਾਂ ਨੂੰ ਰਾਸ਼ਨ ਅਤੇ ਹੋਰ ਜ਼ਰੂਰਤ ਦਾ ਸਮਾਨ ਆਏ ਮੁੱਲ ਤੇ ਹੀ ਮਿਲੇਗਾ। ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਪਕ ਗਰਗ, ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਤੋਂ। ਅੱਜ ਸਾਡੀ ਨੇਕੀ ਦੀ ਹੱਟੀ ਖੁੱਲ੍ਹੀ ਹੈਗੀ ਹੈ। ਨੋ ਪ੍ਰੋਫਿਟ ਨੋ ਲੋਸ ਤੇ ਇੱਥੇ ਸਮਾਨ ਦਿੱਤਾ ਜਾਊਗਾ। ਸਾਡੇ ਵਿਚਕਾਰ ਗੋਸਾ ਸਾਹਿਬ ਆਏ ਸੀਗੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹੈਗਾ। ਤੇ ਜਿੰਨੇ ਵੀ ਧਾਰਮਿਕ ਸੰਸਥਾ, ਜਿੰਨੇ ਵੀ ਐਨਜੀਓ ਨੇ, ਜਿੰਨੇ ਵੀ ਆ ਬਾਬੇ ਨਾਨਕ ਜੀ ਦੀ ਹੱਟੀ ਸਰਬੱਤ ਦਾ ਭਲਾ 13 ਖੁੱਲ੍ਹੇ, ਸਾਰਿਆਂ ਨੂੰ ਕਹਾਂਗਾ ਇਕਜੁੱਟ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਅਸੀਂ ਜਿਹੜਾ ਬੇਸਹਾਰਾ ਜ਼ਰੂਰਤਮੰਦ ਲੋਕੀ ਉਹਨਾਂ ਦਾ ਵੀ ਭਲਾ ਕਰੀਏ ਤੇ ਮਿਡਲ ਕਲਾਸ ਨੂੰ, ਜ਼ਰੂਰਤਮੰਦ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕੀਏ। ਦੀਪਕ ਗਰਗ ਜੀ ਹੈਲਪਫੁਲ ਐਨਜੀਓ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ। ਨੇਕੀ ਦੀ ਹੱਟੀ ਸਮਾਜ ਦੇ ਵਿੱਚ ਇਸ ਵਕਤ ਨੂੰ ਦੇਖਦੇ ਹੋਏ, ਜਿਹੜਾ ਲੋਕਡਾਊਨ ਦਾ ਜਿੱਥੇ ਮੀਡੀਅਮ ਪਰਿਵਾਰ ਬੜੇ ਔਖੀ ਘੜੀ 'ਚ ਲੰਘ ਰਿਹਾ, ਗਰੀਬ ਪਰਿਵਾਰਾਂ ਵੀ ਬੜੇ ਔਖੀ ਘੜੀ 'ਚ ਲੰਘ ਰਹੇ, ਤੇ ਔਖੀ ਘੜੀ ਦੇ ਵਿੱਚ ਸੇਵਾ ਕਰਨੀ ਬੜੀ ਵੱਡੀ ਚੀਜ਼ ਹੈ। ਤੇ ਅੱਜ ਨੇਕੀ ਦੀ ਹੱਟੀ ਜਿੱਥੇ ਨੋ ਪ੍ਰੋਫਿਟ ਨੋ ਲੋਸ ਕਹਿਣਾ ਬੜਾ ਸੌਖਾ ਹੁੰਦਾ, ਪਰ ਪ੍ਰਮਾਤਮਾ ਇਹਨਾਂ ਤੋਂ ਸੇਵਾ ਲੈ ਰਿਹਾ, ਕਿਉਂਕਿ ਲੰਬੇ ਸਮੇਂ ਤੋਂ ਅੱਜ ਬੱਚਿਆਂ ਨੂੰ ਪੜ੍ਹਾ ਰਹੇ ਆ, ਬੱਚਿਆਂ ਨੂੰ ਸੈਲਫ ਡਿਪੈਂਡੈਂਟ ਕਰ ਰਹੇ ਆ। ਤੇ ਮੈਂ ਸਮਝਦਾ ਇੱਦਾਂ ਦੇ ਲੋਕਾਂ ਨੂੰ ਜੇ ਸਾਨੂੰ ਇਹਨਾਂ ਤੋਂ ਜੀਵਨ ਦੀ ਜਾਂਚ ਸਿੱਖਣੀ ਚਾਹੀਦੀ ਹੈ। ਤੇ ਮੈਂ ਉਮੀਦ ਕਰਦਾ ਕਿ ਇਹਨਾਂ ਦੀ ਜਿਹੜੀ ਅੱਜ ਦੀ ਨੇਕੀ ਦੀ ਹੱਟੀ ਆ ਹਰ ਜਗ੍ਹਾ ਤੇ ਖੁੱਲ੍ਹੇਗੀ ਤਾਂ ਜੋ ਲੋਕਾਂ ਦਾ ਫਾਇਦਾ ਹੋ ਸਕੇ। ਜਾਂਦੇ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਉਸ ਦੀਆਂ ਸੁਰਖੀਆਂ ਵੱਲ। ਸੁਨੀਲ ਜਾਖੜ ਦੇ ਬਿਆਨ ਤੇ ਆਮ ਆਦਮੀ ਪਾਰਟੀ ਦਾ ਜਵਾਬ। ਅਮਨ ਅਰੋੜਾ ਨੇ ਪੰਜਾਬ ਸਰਕਾਰ ਦੇ ਸਾਧਿਆ ਨਿਸ਼ਾਨਾ, 3.5 ਸਾਲ ਪਹਿਲਾਂ ਚੁੱਕੀ ਸਹੁੰ ਕਰਵਾਈ ਯਾਦ।
ਸੁਖਦੇਵ ਸਿੰਘ ਢੀਂਡਸਾ ਨੇ ਸ਼ੁਰੂ ਕੀਤੀ ਸਿਆਸੀ ਹਲਚਲ ਤੇਜ਼। ਚੰਡੀਗੜ੍ਹ ਦੇ ਸੈਕਟਰ 40 'ਚ ਕਈ ਅਕਾਲੀ ਆਗੂਆਂ ਨਾਲ ਕੀਤੀ ਮੀਟਿੰਗ। ਅੰਮ੍ਰਿਤਸਰ 'ਚ ਨੌਜਵਾਨਾਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਪਰਿਵਾਰ ਤੇ ਕੀਤਾ ਹਮਲਾ। ਮਾਮੂਲੀ ਤਕਰਾਰ ਤੇ ਚੱਲੇ ਇੱਟਾਂ ਰੋੜੇ। ਪੰਜਾਬ ਦੇ ਸਿਆਸੀ ਖੇਤਰ 'ਚ ਪਹੁੰਚਿਆ ਕਰੋਨਾ। ਪੰਚਾਇਤ ਮੰਤਰੀ ਦੀ ਕਰੋਨਾ ਰਿਪੋਰਟ ਆਈ ਪੋਜ਼ਿਟਿਵ। ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਦੇ ਕੀਤੇ ਗਏ ਕਰੋਨਾ ਦੇ ਟੈਸਟ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। This show is sponsored by Ashoka Tandoori Range. Enjoy the Indian taste.